ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕਰਾਣ ਚੈਨਲ ਪੰਜਾਬੀ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਚਰਚਾਵਾਂ 15 ਅਗਸਤ ਹੈ ਕੱਲ੍ਹ ਨੂੰ, ਤੇ ਇਸ ਕਰਕੇ ਕਿਸਾਨਾਂ ਦਾ ਐਕਸ਼ਨ ਕੀ ਹੋਵੇਗਾ, ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ, ਜਾਂ ਦਿੱਲੀ ਦੇ ਵਿੱਚ ਪੁਲਿਸ ਦੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਚੱਪੇ ਚੱਪੇ ਦੇ ਉੱਤੇ ਤੈਨਾਤੀ ਰਹੇਗੀ, ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਲੈਣਗੇ। ਉਹ ਜਿਵੇਂ ਟਕੈਤ ਸਾਹਿਬ ਨੇ ਕਿਹਾ ਕਿ ਅਸੀਂ ਜਾ ਕੇ ਦਿੱਲੀ ਦੇ ਵਿੱਚ ਤਿਰੰਗਾ ਲਹਿਰਾਉਣਾ ਆ, ਤੇ ਭਾਵੇਂ ਇੱਕ ਵੱਖਰੀ ਥਾਂ ਦੀ ਚੋਣ ਕਰੀ, ਫਿਰ ਵੀ ਸਰਕਾਰਾਂ ਜਾਂ ਕਹਿ ਲਓ ਕਿ ਸੁਰੱਖਿਆ ਏਜੰਸੀਆਂ ਉਹ ਅਲਰਟ ਦੇ ਉੱਤੇ ਨੇ। ਕਿਸਾਨ ਕਿੱਦਾਂ ਦਾ ਐਕਸ਼ਨ ਕਰਦੇ ਨੇ। ਉਧਰ ਗੁਰਨਾਮ ਸਲੂਨੀ ਹੋਣੀ ਵੀ ਹਰਿਆਣੇ ਦੇ ਵਿੱਚ ਜਿਹੜਾ ਉਹ ਤਿਰੰਗਾ ਮਾਰਚ ਜਾਂ ਯਾਤਰਾ ਜਿਹੜੀ ਗੱਡੀਆਂ ਦੇ ਉੱਤੇ ਜਾਂ ਮੋਟਰਸਾਈਕਲ ਕਾਰਾਂ ਦੇ ਨਾਲ ਲਾ ਕੇ ਉਹ ਕੱਢਣੀ ਹੈ, ਉਹਨੂੰ ਲੈ ਕੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਅੰਦੋਲਨ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਦੀ ਰਣਨੀਤੀ ਕਿਸਾਨਾਂ ਨੂੰ ਅੱਗੇ ਘੜਨ ਦੀ ਲੋੜ ਹੈ। 15 ਅਗਸਤ ਇੱਕ ਵੱਡਾ ਦਿਨ ਹੈ। ਉਸ ਤੋਂ ਪਹਿਲਾਂ ਜਿਵੇਂ 26 ਜਨਵਰੀ ਦਾ ਦਿਨ ਲੰਘਿਆ, ਉਹ ਵੀ ਇੱਕ ਵੱਡਾ ਸੀ, ਪੂਰੀ ਦੁਨੀਆ ਦੀਆਂ ਨਜ਼ਰਾਂ ਸੀ। 15 ਅਗਸਤ ਨੂੰ ਜਿੱਥੇ ਆਜ਼ਾਦੀ ਦਿਹਾੜਾ ਮਨਾਇਆ ਜਾਣਾ, 75 ਵਰ੍ਹੇ ਹੋ ਜਾਣੇ ਨੇ, ਤੇ ਉਧਰ ਹੀ ਦੁਨੀਆ ਭਰ ਦੀਆਂ ਨਜ਼ਰਾਂ ਕਿਸਾਨਾਂ ਤੇ ਵੀ ਨਾਲੋਂ ਨਾਲ ਟਿਕੀਆਂ ਰਹਿਣਗੀਆਂ ਕਿ ਇਹ ਕੀ ਕਰਦੇ ਨੇ 15 ਅਗਸਤ ਵਾਲੇ ਦਿਨ, ਜਦੋਂ ਸਰਕਾਰ ਇਹਨਾਂ ਨੂੰ ਦੇਸ਼ ਧਰੋਹੀ ਕਹਿੰਦੀ ਆ। ਨਾਲੋਂ ਨਾਲ ਅਸੀਂ ਹੋਰ ਖਬਰ ਦੇ ਉੱਤੇ ਵੀ ਚਰਚਾ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਵਿਰੋਧੀ ਧਿਰਾਂ ਲਾ ਲਓ, ਜਾਂ ਫਿਰ ਜਿਨ੍ਹਾਂ ਦੇ ਲਈ ਪੀਪਲਜ਼ ਵਿਪ ਜਿਹੜਾ ਜਾਰੀ ਕੀਤਾ ਗਿਆ ਸੀ ਕਿਸਾਨਾਂ ਦੇ ਵੱਲੋਂ, ਕਿਸਾਨ ਪਾਰਲੀਮੈਂਟ ਵੀ ਨਾਲੋਂ ਨਾਲ ਚੱਲੀ ਸੀ, ਤੇ ਉਹਦੇ ਵਿੱਚ ਹਾਜ਼ਰੀ ਤੇ ਗੈਰ ਹਾਜ਼ਰ ਕਿਸ ਢੰਗ ਦੇ ਨਾਲ ਰਹੇ। ਸੋਨੀਆ ਗਾਂਧੀ ਹੋਣਾ ਦੀ ਹਾਜ਼ਰੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ। ਸਨੀ ਦਿਓਲ ਨੂੰ ਲੈ ਕੇ ਤਾਂ ਪਹਿਲਾਂ ਤੋਂ ਹੀ ਸਵਾਲ ਉੱਠਦੇ ਨੇ, ਹੁਣ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ ਆ, ਕਿਉਂਕਿ ਪੰਜਾਬੀਆਂ ਨੂੰ ਬੜੀਆਂ ਆਸਾਂ ਸੀ ਕਿ ਸਨੀ ਦਿਓਲ ਜਿਹੜੇ ਨੇ ਉਹਨਾਂ ਦੀ ਆਵਾਜ਼ ਚੁੱਕਣਗੇ, ਪਰ ਪਹਿਲਾ ਮੌਕਾ ਜਿਹੜਾ ਉਹ ਸਨੀ ਦਿਓਲ ਨੇ ਗਵਾਇਆ। ਤੇ ਉਸ ਤੋਂ ਬਾਅਦ ਹੁਣ ਅੱਗੇ ਦੀ ਅੱਗੇ ਜੋ ਕੁਝ ਉਹਨਾਂ ਨੇ ਸੰਸਦ ਦੇ ਵਿੱਚ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ, ਬਾਕੀ ਮੈਂਬਰਾਂ ਦੀ ਰਹੀ, ਜਾਂ ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਜਿਵੇਂ ਮੈਂ ਕਿਹਾ ਕਿ 15 ਅਗਸਤ ਕੱਲ੍ਹ ਨੂੰ ਜਿਹੜਾ ਆਜ਼ਾਦੀ ਦਿਹਾੜਾ ਮਨਾਇਆ ਜਾਣਾ ਹੈ, ਕਿਸ ਤਰ੍ਹਾਂ ਦੇਖਦੇ ਹੋ? ਇੱਕ ਪਾਸੇ ਅੰਦੋਲਨ ਨੂੰ ਬਚਾਉਣਾ ਵੀ ਹੈ, ਹੋਰ ਵੀ ਅੱਗੇ ਵਧਾਉਣਾ ਹੈ, ਸਰਕਾਰ ਤੇ ਪ੍ਰੈਸ਼ਰ ਵੀ ਬਿਲਡ ਰੱਖਣਾ ਹੈ, ਤੇ ਦੂਜੇ ਪਾਸੇ ਤਿਰੰਗਾ ਯਾਤਰਾ ਵੀ ਜਿਵੇਂ ਕਿਸਾਨਾਂ ਨੇ ਕੱਢਣੀ ਹੈ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ? ਦੇਖੋ, ਇੱਕ ਗੱਲ ਤੇ ਸਾਫ਼ ਆ ਕਿ ਜਿਵੇਂ 26 ਜਨਵਰੀ ਨੂੰ ਵੱਡਾ ਟਰੈਕਟਰ ਮਾਰਚ, ਉਹਦੇ ਲਈ ਨੈਗੋਸੀਏਸ਼ਨ, ਪੁਲਿਸ ਦੇ ਨਾਲ ਮਸ਼ਕਾਂ, ਫਿਰ ਕਾਫੀ ਕੁਛ ਇੱਕ ਜੋਸ਼ੋ ਖਰੋਸ਼ ਉਦੋਂ ਸੀਗਾ। ਉਸ ਕਿਸਮ ਦੀ ਸਿੰਗਲ ਵੱਡੇ ਪੱਧਰ ਤੇ ਕੋਈ ਕਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੈਨੂੰ ਦੇਖਣ ਨੂੰ ਨਹੀਂ ਮਿਲੀ। ਪਰ ਇਹ ਹੈ ਕਿ ਅਲੱਗ-ਅਲੱਗ ਯੂਨੀਅਨਾਂ ਜ਼ਰੂਰ ਅਲੱਗ-ਅਲੱਗ ਤੌਰ ਦੇ ਉੱਤੇ ਕਦੀ ਪੰਜਾਬ ਦੇ ਕਿਸਾਨਾਂ ਦੀ ਖਬਰ ਆਈ ਹੈ ਕਿ ਇਹ 15 ਅਗਸਤ ਜਿਹੜਾ ਆ ਉਹ ਅਸੀਂ ਮਨਾਵਾਂਗੇ ਇਹ ਅਧੂਰੀ ਆਜ਼ਾਦੀ ਦੇ ਤੌਰ ਤੇ, ਜਿਹਦੇ ਵਿੱਚ ਇਹ ਗੱਲ ਇੱਕ ਪੱਧਰ ਤੇ ਠੀਕ ਆ ਕਿ ਸਾਨੂੰ ਅੰਗਰੇਜ਼ਾਂ ਤੋਂ ਮੁਕਤੀ ਮਿਲ ਗਈ। ਜਿਹੜੇ ਉਹਨਾਂ ਦੇ ਬਣਾਏ ਹੋਏ ਕਾਨੂੰਨ ਸੀ, ਜ਼ਿਆਦਾਤਰ ਪੁਰਾਣੇ, ਭਾਵੇਂ ਪੁਲਿਸ ਦਾ ਕਾਨੂੰਨ, ਟੈਨੈਂਸੀ ਦਾ, ਹੋਰ ਕਈ ਕਿਸਮ ਦੇ ਕਾਨੂੰਨ ਆ, ਉਹ ਅਜੇ ਵੀ ਉਸੇ ਤਰ੍ਹਾਂ ਹੀ ਚੱਲੀ ਜਾਂਦੇ ਆ। ਇਸ ਤਰੀਕੇ ਨਾਲ ਜੇ ਦੇਖਿਆ ਜਾਏ ਕਿ ਆਰਥਿਕ ਤੌਰ ਦੇ ਉੱਤੇ ਸੁਖਵਿੰਦਰ ਜੀ, ਸੱਭਿਆਚਾਰਕ ਤੌਰ ਤੇ, ਖਾਸ ਕਰਕੇ ਸਮਾਜਿਕ ਦੇ ਤੌਰ ਤੇ ਇਹ ਕਿਸਾਨ ਮਹਿਸੂਸ ਕਰਦੇ ਆ ਕਿ ਅਸੀਂ ਬਹੁਤ ਅਜੇ ਦੱਬੇ ਹੋਏ, ਪਛੜੇ ਹੋਏ, ਜਾਣੀ ਅਸੀਂ ਡੈਮੋਕ੍ਰੇਸੀ ਦੀ ਜਿਵੇਂ ਕਿਤੇ ਸਾਨੂੰ ਜਾਂ ਆਜ਼ਾਦੀ ਦੀ ਵਾਹ ਵੀ ਨਾ ਤੱਤੀ ਲੱਗੀ ਹੋਈ। ਇਹ ਸਾਰੀਆਂ ਗੱਲਾਂ ਵੱਡੀਆਂ ਆ। ਸੰਵਿਧਾਨ ਬਣਾਉਣ ਤੋਂ ਬਾਅਦ ਜਿੱਥੇ ਜਿਹੜਾ ਲਾਗੂ ਕੀਤਾ ਗਿਆ ਅੱਜ ਤੋਂ 70 ਸਾਲ ਪਹਿਲਾਂ, ਤਾਂ ਉਦੋਂ ਜਿੱਥੇ ਹੋਰ ਇੰਨੀਆਂ ਖੁਸ਼ੀਆਂ ਮਨਾਈਆਂ ਗਈਆਂ, ਤਾਂ ਉੱਥੇ ਸ਼ੰਕੇ ਵੀ ਪ੍ਰਗਟ, ਖਾਸ ਕਰਕੇ ਜਿਹੜੇ ਸੰਵਿਧਾਨ ਦੇ ਨਿਰਮਾਤਾ BR ਅੰਬੇਦਕਰ, ਭੀਮ ਰਾਓ ਅੰਬੇਦਕਰ ਸਾਹਿਬ ਵੱਲੋਂ ਸੀਗੇ ਕਿ ਮੈਂ ਬਹੁਤ ਸੋਹਣਾ ਡਾਕੂਮੈਂਟ ਤਿਆਰ ਤੇ ਕਰਤਾ, ਕਈ ਸਾਲ ਮਿਹਨਤ ਲਾ ਕੇ ਜਿਹੜੀ ਕਾਂਸਟੀਟਿਊਂਟ ਅਸੈਂਬਲੀ ਆ। ਪਰ ਮੈਨੂੰ ਇਸ ਗੱਲ ਦਾ ਕਦੀ ਭਰੋਸਾ ਨਹੀਂ ਬਣਦਾ ਕਿ ਜੋ ਕੁਝ ਇਹਦੇ 'ਚ ਲਿਖਿਆ ਉਹ ਸਾਡੇ ਪੋਲੀਟੀਸ਼ੀਅਨ ਧਰਾਤਲ ਤੇ ਉਹਨੂੰ ਉਤਾਰ ਪਾਉਣਗੇ। ਉਹਨਾਂ ਦਾ ਜਿਹੜੀ ਗੱਲ ਦਾ ਕਹਿਣ ਦਾ ਮਤਲਬ ਇਹ ਸੀ ਕਿ ਜਿੰਨਾ ਜਾਤੀਗਤ ਸਾਡੀ ਵੰਡ ਸਮਾਜ ਦੇ ਵਿੱਚ ਹੈਗੀ ਆ, ਇੱਕ ਵੱਡੇ ਹਿੱਸੇ ਨੂੰ ਅਜੇ ਵੀ ਇਨਸਾਨ ਨਹੀਂ ਸਮਝਿਆ ਜਾਂਦਾ, ਸਗੋਂ ਗੁਲਾਮਾਂ ਵਾਲਾ ਜੀਵਨ ਜੀ ਰਹੇ ਆ। ਉਹਨਾਂ ਦਾ ਕੋਈ ਆਰਥਿਕ ਅਧਿਕਾਰ ਨਹੀਂ, ਸਮਾਜਿਕ ਅਧਿਕਾਰ ਨਹੀਂ, ਸੱਭਿਆਚਾਰਕ ਅਧਿਕਾਰ ਨਹੀਂ, ਔਰ ਵਿਤਕਰੇ ਨਾਲ ਜੀਵਨ ਉਹ ਸਾਰੀ ਉਮਰ ਜੀਂਦੇ ਹੈਗੇ। ਮੰਦਿਰਾਂ 'ਚ ਨਹੀਂ ਜਾ ਸਕਦੇ, ਇੱਥੋਂ ਬਹੁਤ ਕਾਫੀ ਕੁਝ, ਪਾਣੀ ਨਹੀਂ ਸਾਂਝੀ ਜਗ੍ਹਾ ਤੋਂ ਪੀ ਸਕਦੇ, ਯਾਨੀ ਜਿਹਨੂੰ ਭਿੱਟ ਦੇਣਾ ਕਹਿੰਦੇ ਸੀ, ਕਿਸੇ ਦਾ ਸਪਰਸ਼ ਲੱਗ ਗਿਆ ਤੇ ਤਾਂ ਜਾ ਕੇ ਗੰਗਾ ਜਲ ਨਾਲ ਠੀਕ ਕਰੋ। ਇਸ ਕਿਸਮ ਦਾ ਅੱਜ ਤੋਂ 70 ਸਾਲ ਪਹਿਲਾਂ ਆਮ ਪੰਜਾਬ ਦੇ ਵਿੱਚ ਤੇ ਘੱਟ ਸੀ, ਬਾਕੀ ਜਿੱਥੇ ਹਿੰਦੂ
ਮੇਨ ਜਿਹਨੂੰ ਕੌ ਬੈਲਟ ਕਹਿੰਦੇ ਆ, ਜਿਹਨੂੰ ਨਾਰਥ ਇੰਡੀਆ, ਸੈਂਟਰਲ ਇੰਡੀਆ ਕਹਿ ਲਓ ਤੁਸੀਂ, ਉੱਥੇ ਕਾਫੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਸੀਗੀਆਂ। ਇਸ ਕਰਕੇ ਬੜੇ ਦੁਖੀ ਸੀਗੇ ਉਹ ਕਿ ਆਜ਼ਾਦੀ ਅਸੀਂ ਇੱਕ ਕਾਨੂੰਨਨ ਤੌਰ ਤੇ, ਰਾਜਨੀਤਿਕ ਤੌਰ ਤੇ ਅੰਗਰੇਜ਼ਾਂ ਤੋਂ ਪਾ ਲਈ, ਪਰ ਜਿਹੜੀ ਆਜ਼ਾਦੀ ਦਾ ਮਤਲਬ ਥੱਲੇ ਜਿਹੜੇ ਗੁਲਾਮ ਬੈਠੇ ਆ ਸਾਡੇ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਜਿਨ੍ਹਾਂ ਨੂੰ ਹਰ ਪਾਸਿਓਂ ਜੰਜੀਰਾਂ ਨਾਲ ਜਕੜਿਆ ਹੋਇਆ, ਜਿਨ੍ਹਾਂ ਨੂੰ ਅਜੇ ਵੀ ਦੁਨੀਆ ਦੀ ਸਿਵਲਾਈਜੇਸ਼ਨ ਦੀ, ਸਭਿਅਤਾ ਦੀ ਕੋਈ ਲੋਹ ਤੱਕ ਲੱਗਣ ਨਹੀਂ ਦਿੱਤੀ ਗਈ, ਜ਼ਬਰਦਸਤੀ ਵਿਰਵੇ ਰੱਖਿਆ, ਉਹਨਾਂ ਤੱਕ ਆਜ਼ਾਦੀ ਕਦੋਂ ਪਹੁੰਚੂਗੀ? ਇਹ ਕਿੰਨੇ 100 ਸਾਲ ਲੱਗਣਗੇ? ਇਹ ਉਦੋਂ ਵੀ ਖਦਸ਼ੇ ਪ੍ਰਗਟ ਕੀਤੇ ਗਏ। ਹਾਲਾਂਕਿ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਨਹਿਰੂ ਹੋਇਆ ਜਾਂ ਨਹਿਰੂ ਦੀ ਉਦੋਂ ਜਿਹੜੀ ਟੀਮ ਸੀਗੀ, ਉਹ ਇਸ ਗੱਲ ਤੋਂ ਪੂਰੇ ਅਵਗਤ ਸੀਗੇ, ਜਾਣਦੇ ਸੀ ਕਿ ਉਹਨਾਂ ਦੀਆਂ ਚੁਣੌਤੀਆਂ ਕੀ ਹੈ। ਇਸੇ ਕਰਕੇ ਉਹਨਾਂ ਨੇ ਇਹਨਾਂ ਮਾਮਲਿਆਂ ਨੂੰ ਕਿਸੇ ਹੱਦ ਤੱਕ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਇੱਕ ਸੈਕੂਲਰ ਏਜੰਡਾ, ਧਰਮ ਨਿਰਪੱਖ ਏਜੰਡੇ ਨੂੰ ਲੈ ਕੇ ਅੱਗੇ ਵਧੇ। ਪਰ ਅਸੀਂ ਹੁਣ ਪਿਛਲੇ 30-40 ਸਾਲਾਂ ਤੋਂ ਦੇਖਦੇ ਹਾਂ ਕਿ ਗੁੱਡੀ ਬਿਲਕੁਲ ਉਲਟੀ ਘੁੰਮ ਗਈ ਹੈ। ਸਗੋਂ ਚਾਹੀਦਾ ਤੇ ਇਹ ਸੀ ਕਿ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਆ, ਸਾਡੀ ਡੈਮੋਕ੍ਰੇਸੀ ਮੈਚਿਓਰ ਹੁੰਦੀ, ਸਿਆਣੇ ਹੁੰਦੇ, ਇਹ ਉਲਟੀ ਫਿਰ ਕੀ ਚਲੇ ਗਈ। ਅਸੀਂ ਜਾਣੀ ਜੋ ਅੰਗਰੇਜ਼ਾਂ ਦੇ ਰਾਜ ਵਿੱਚ ਸੀ ਉਹਦੇ ਤੋਂ ਵੀ ਪਿੱਛੇ ਨੂੰ ਅਸੀਂ ਤੁਰੇ ਜਾਂਦੇ ਆ। ਰਾਮ ਰਾਜ ਦਾ ਨਾਂ ਲੈਂਦੇ ਆ, ਰਾਮ ਦੇ ਰਾਜ ਦਾ ਤੇ ਹੁਣ ਪਤਾ ਨਹੀਂ। ਕਈ ਤੇ ਬੜੀ ਇਸ ਗੱਲ ਦਾ ਰੋਸ਼ ਵੀ ਪ੍ਰਗਟ ਕਰਦੇ ਆ ਕਿ ਜਿੱਥੇ ਵੱਡੀ ਗਿਣਤੀ 'ਚ ਇਨਸਾਨਾਂ ਨੂੰ ਜੀਣ ਦਾ ਅਧਿਕਾਰ ਨਹੀਂ ਹੋਊ, ਇੱਕ ਮਾਣ, ਉਹਨਾਂ ਦਾ ਮਾਣ ਸਤਿਕਾਰ ਨਹੀਂ ਹੋਊ, ਉਹ ਸਵੈ ਮਾਣ ਦੇ ਨਾਲ ਆਪਣਾ ਜੀਵਨ ਨਹੀਂ ਜੀ ਸਕਦੇ, ਅਸੀਂ ਉਹਨਾਂ ਨੂੰ ਜਾਨਵਰਾਂ ਵਾਂਗੂ ਟਰੀਟ ਕਰਦੇ ਹਾਂ। ਜਾਣੀ ਹਾਲਤ ਇਹ ਹੈ, ਮੈਂ ਨਿੱਕੀ ਜਿਹੀ ਗੱਲ ਆਪਾਂ ਨੂੰ ਦੁਹਰਾਉਣ ਦੀ ਲੋੜ ਹੈ ਕਿ ਕਿਸੇ ਪੰਡਤ ਦੇ ਜਾਂ ਬ੍ਰਾਹਮਣ ਜਾਂ ਕਿਸੇ ਵੀ ਸਵਰਨ ਜਾਤੀ ਦੇ, ਜਾਂ ਠਾਕਰ ਹੋਏ, ਭੂਮੀਹਾਰ ਹੋਏ, ਉਹਦੇ ਚੌਂਕੇ ਦੇ ਦਲਿਤ ਚੜ ਜਾਏ, ਮੈਂ ਨਾਰਥ ਇੰਡੀਆ ਦੀ ਖਾਸ ਕਰਕੇ ਗੱਲ ਕਰ ਰਿਹਾ, ਤਾਂ ਉਸ ਨੂੰ ਭਿੱਟ ਗਿਆ ਮੰਨਦੇ ਵੀ ਇਹ ਸਾਰਾ ਚੌਂਕਾ, ਜਿਹੜੀ ਰਸੋਈ ਹੈ, ਇਹ ਖਰਾਬ ਕਰਤੀ ਹੈ। ਫਿਰ ਉਹਨੂੰ ਪਵਿੱਤਰ ਕਰਨ ਲਈ ਕੀ ਆ? ਗਾਂ ਦੇ ਗੋਹੇ ਦੀ ਲੇਪ ਕਰੋ। ਤੁਹਾਨੂੰ ਅਜੀਬ ਨਹੀਂ ਲੱਗਦਾ? ਇੱਕ ਰੈਸ਼ਨਲ ਮਾਈਂਡ ਦੇ, ਤਰਕਸ਼ੀਲ ਮਾਈਂਡ ਦੇ ਤੌਰ ਤੇ ਮਤਲਬ ਇਹਦਾ ਇਹ ਨਿਕਲਦਾ ਕਿ ਜਿਹੜਾ ਇੱਕ ਇਨਸਾਨ ਆ, ਜਿਹੜਾ ਧਰਤੀ ਹੇਠਲਾ ਬੌਲਦ ਆ, ਜਾਣੀ ਸਾਰੀ ਉਮਰ ਹੱਡ ਭੰਨਵੀਂ ਮਿਹਨਤ ਕਰਦਾ ਔਰ ਸਿਰਫ 2 ਸੁੱਕੀਆਂ ਰੋਟੀਆਂ, ਮਿਰਚਾਂ ਔਰ ਲੂਣ ਦੇ ਨਾਲ ਖਾ ਕੇ ਗੁਜ਼ਾਰਾ ਕਰਦਾ, ਜਾਂ ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦਾ, ਠੀਕ ਹੈ, ਤਾਂ ਉਹ ਜੇ ਚੌਂਕੇ ਤੇ ਚੜ ਗਿਆ ਤੇ ਜਾਂ ਰਸੋਈ 'ਚ ਵੜ ਗਿਆ ਤੇ ਸਾਰੀ ਰਸੋਈ ਇੰਨੀ ਭਿੱਟ ਹੋ ਗਈ ਹੈ, ਤੇ ਉਸ ਨੂੰ ਸਾਫ਼ ਕਰਨ ਲਈ ਗਾਂ ਦਾ ਗੋਹਾ ਉਹਦੇ ਨਾਲੋਂ ਪਵਿੱਤਰ ਹੈਗਾ ਆ। ਜਾਣੀ ਇੱਕ ਆਦਮੀ ਜਿਹੜਾ, ਇਹਦਾ ਮਤਲਬ ਇਹ ਬਣਦਾ ਕਿ ਇੱਕ ਆਦਮੀ ਗਊ ਦੇ ਗੋਹੇ ਤੇ ਮੂਤ ਨਾਲੋਂ ਵੀ ਜ਼ਿਆਦਾ ਬੱਤਰ ਹੈ। ਇਸ ਤਰੀਕੇ ਨਾਲ ਤੁਸੀਂ ਲੋਕਾਂ ਦੀਆਂ ਬੇਇੱਜ਼ਤੀਆਂ ਕਰੋਗੇ, ਉਹਨਾਂ ਦਾ ਸਵੈ ਮਾਨ, ਇੱਜ਼ਤ ਮਾਣ ਕਿੱਥੇ ਰਹੂਗਾ? ਜਦੋਂ ਲਗਾਤਾਰ ਕਰੋਗੇ ਤਾਂ ਉਹ ਫਿਰ ਬਿਲਕੁਲ ਇੱਕ ਹਾਰ ਜਾਂਦਾ ਬੰਦਾ, ਅੰਦਰੋਂ ਟੁੱਟ ਜਾਂਦਾ, ਮੰਨ ਜਾਂਦਾ, ਜਿਹਨੂੰ ਤਾਂਹੀਏ ਤੇ ਅਸੀਂ ਉਹਨਾਂ ਨੂੰ ਦਲਿਤ ਕਹਿੰਦੇ ਹਾਂ, ਨਪੀੜੇ ਹੋਏ, ਦੱਬੇ ਹੋਏ। ਇਹ ਸਾਡੇ ਦੇਸ਼ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ ਤੇ ਇਹਦੀ ਜੜ ਬਹੁਤ ਗਹਿਰੀ ਹੈਗੀ। ਜਦ ਤੱਕ ਗੁਰੂ ਨਾਨਕ ਦੇਵ ਜੀ ਨੇ ਕਿੰਨੀ ਕੋਸ਼ਿਸ਼ ਕੀਤੀ, ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਇਹੋ ਹੀ ਫਿਰ ਜਦੋਂ ਉਹਨਾਂ ਨੇ ਕਿਸੇ ਦੇ ਘਰ ਭੋਜਨ ਕਰਨਾ ਸੀਗਾ, ਉਹ ਵੀ ਆਪਾਂ ਨੇ ਜਾਣਦੇ ਆ ਕਿ ਕਿਤੇ ਕਰ, ਉਹ ਹੋਰ ਵੀ ਧਰਮਾਂ 'ਚ ਇਹ ਸਾਰੀਆਂ ਚੇਂਜ ਹੁੰਦਾ ਆ। ਸਿੱਖੀ ਦੇ ਵਿੱਚ ਖਾਸ ਕਰਕੇ ਉਦੋਂ ਭਗਤੀ ਮੂਵਮੈਂਟ ਦਾ ਜਿਹੜਾ ਸਾਰਾ ਬੋਲਬਾਲਾ ਅੱਜ ਤੋਂ 700-800 ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਕਿੰਨੀਆਂ ਆਵਾਜ਼ਾਂ ਉਠਾਈਆਂ ਇਸ ਜਾਤੀਗਤ ਸਮਾਜ ਦੇ ਵਿਰੁੱਧ, ਕਿਉਂਕਿ ਉਹ ਖੁਦ ਕਬੀਰ ਜੀ ਵਿਕਟਿਮ ਸੀਗੇ। ਕਬੀਰ ਨੂੰ ਕੁੱਟ ਵੀ ਪਈ ਇਸ ਗੱਲ ਤੇ, ਉਹ ਸਿੱਧਾ ਚੁਣੌਤੀ ਵਾਰਾਣਸੀ ਦੇ ਵਿੱਚ ਕਰਦੇ ਸੀ। ਮੈਂ ਕਿਉਂ ਕਹਿ ਰਿਹਾ? ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਸਾਰੇ ਭਗਤਾਂ ਦੀ, ਪੀਰਾਂ ਪੈਗੰਬਰਾਂ ਦੀ, ਫਰੀਦ ਦੀ, ਕਬੀਰ ਦੀ, ਹੋਰਨਾਂ ਦੀ, ਧੰਨੇ ਭਗਤ ਦੀ, ਪੀਪੇ ਦੀ, ਹੋਰ ਸਾਰਿਆਂ ਦੀ, ਉੱਥੇ ਗੁਰੂ ਨਾਨਕ ਦੇਵ ਜੀ ਦੀ ਤੇ ਹੈ, ਹੋਰ ਗੁਰੂਆਂ ਦੀ ਵੀ ਬਾਣੀ ਹੈ। ਇਹ ਸਾਰੀ ਬਾਣੀ ਇਸ ਕਰਕੇ ਲਿਖੀ ਗਈ ਸੀ ਕਿ ਅਸੀਂ ਉਸ ਨੂੰ ਨਤਮਸਤਕ ਹੋਣ ਤੋਂ ਬਾਅਦ ਆਪਣੇ ਜੀਵਨ 'ਚ ਉਤਾਰੀਏ ਤੇ ਜਾਤ ਪਾਤ ਦੇ ਕੋੜ ਦੀਆਂ ਜੰਜੀਰਾਂ ਨੂੰ ਤੋੜ ਸੁੱਟੀਏ। ਨਹੀਂ ਹੋਇਆ। ਅੱਜ ਵੀ ਦੇਖ ਲਓ ਪਿੰਡਾਂ 'ਚ ਕੀ ਹਾਲਤ ਆ। ਛੋਟੀ ਜਿਹੀ ਜੇ ਉਹ 200 ਰੁਪਇਆ 1000 ਰੁਪਇਆ ਏਕੜ ਦਾ ਵੱਧ ਮੰਗ ਲੈਂਦੇ ਆ, ਸਾਨੂੰ ਐਂ ਲੱਗਦਾ ਵੀ ਇਹਨਾਂ ਨੂੰ ਫੜ ਕੇ ਕੋਈ ਰੱਸਿਆਂ ਦੇ ਨਾਲ ਕੁੱਟੀਏ, ਇੰਨਾ ਗੁੱਸਾ ਆਉਂਦਾ ਸਾਨੂੰ। ਆਪਾਂ ਪਿੰਡਾਂ ਦੇ ਗੁਰਦੁਆਰਿਆਂ 'ਚ ਅਨਾਉਂਸਮੈਂਟ ਕਰਦੇ ਹਾਂ ਕਿ ਜਿਹਨੇ ਵੀ ਇਹਨਾਂ ਨੂੰ ਵੱਧ ਉਜਰਤ ਦਿੱਤੀ ਅਸੀਂ ਉਹਨਾਂ ਦਾ ਸੋਸ਼ਲ ਬਾਈਕਾਟ ਕਰਾਂਗੇ। ਇਹ ਸਿੱਖੀ ਨਹੀਂ ਹੈ, ਨਾ ਮਾਨਵਤਾ ਹੈ। ਹਰ ਇੱਕ ਦੇ ਇਸ ਧਰਤੀ ਤੇ ਜੀਣ ਦੇ ਬਰਾਬਰ ਦੇ ਅਧਿਕਾਰ ਆ। ਇਹੋ ਹੀ ਸੰਵਿਧਾਨ 'ਚ ਲਿਖਿਆ।
ਇਹੀ ਸ਼ੰਕੇ ਉਦੋਂ ਲੀਡਰਾਂ ਵੱਲੋਂ, ਖਾਸ ਕਰਕੇ ਭੀਮ ਰਾਓ ਅੰਬੇਦਕਰ ਵੱਲੋਂ ਪ੍ਰਗਟ ਕੀਤੇ ਗਏ, ਜਿਹੜੇ ਅੱਜ ਵੀ ਅਸੀਂ ਆਜ਼ਾਦੀ ਦੇ ਵਿੱਚ ਆਪਣੀ ਸ਼ਕਤੀ ਪ੍ਰਦਰਸ਼ਨ ਤੇ ਜ਼ਰੂਰ ਕਰਾਂਗੇ 15 ਅਗਸਤ ਨੂੰ, ਕੱਲ ਨੂੰ, ਕਿ ਸਾਡੇ ਕੋਲ ਟੈਂਕ ਤੇ ਤੋਪਾਂ ਤੇ ਹੋਰ ਤੇ ਕਿੰਨੀਆਂ ਹੈਗੀਆਂ, ਤੇ ਆਪਾਂ ਹੋਰ ਸੁੰਦਰ ਸੁੰਦਰ ਝਾਕੀਆਂ, ਪੰਜਾਬ ਭੰਗੜੇ ਪਾਉਂਦਾ ਆ ਤੇ ਯੂਪੀ ਕੁਝ ਹੋਰ ਕਰ ਰਿਹਾ, ਤੇ ਕਿਤੇ ਗੰਗਾ ਬਹਿ ਰਹੀ ਹੈ ਤੇ ਕਿਤੇ ਦੇਵ ਭੂਮੀ ਹੈ, ਸਾਰੀਆਂ ਝਾਕੀਆਂ ਵੀ ਕੱਢ ਲਾਂਗੇ। ਪਰ ਕੀ ਧਰਾਤਲ ਇਹੋ ਜਿਹਾ ਆ, ਕੋਵਿਡ ਨੇ ਤੋੜਤੀ, ਪਿੱਠ ਤੋੜ ਦਿੱਤੀ ਆ, ਤੇ ਡਾਕਟਰਾਂ ਦਾ ਬੁਰਾ ਹਾਲ ਹੈ, ਸੜਕਾਂ ਦੇ ਉੱਤੇ ਆਏ, ਬਾਕੀ ਤੇ ਗੱਲੇ ਛੱਡੋ, ਜਿਨ੍ਹਾਂ ਨੂੰ ਅਸੀਂ ਫਰੰਟ ਵਾਰੀਅਰ ਕਹਿੰਦੇ ਸੀਗੇ। ਇਸ ਲਈ ਸੁਖਵਿੰਦਰ, ਸਾਡੇ ਜਿਸ ਤਰੀਕੇ ਦੇ ਅਸੀਂ ਹਿਪੋਕਰੈਟ ਲੋਕ ਆ, ਜਾਨੀ ਨਕਲੀ ਲੋਕ ਆ ਜੀ, ਕਹਿ ਲਓ ਤੁਸੀਂ, ਕਹਿਣਾ ਕੁਛ, ਕਰਨਾ ਕੁਛ, ਕਮਾਉਣਾ ਕੁਛ, ਇਹੋ ਜੀ ਸਾਡੀ ਸਭਿਅਤਾ। ਉਹਦੀ ਮੈਂ ਇੱਕੋ ਰੂਟ ਫਿਰ ਮੰਨਦਾ, ਮੈਂ ਥੋੜਾ ਲੰਬਾ ਬੋਲ ਗਿਆ ਕਿਉਂਕਿ ਮੇਰਾ ਇਹ ਸਬਜੈਕਟ ਵੀ ਹੈ, ਵਿਸ਼ਾ ਵੀ ਹੈਗਾ ਸੋਸ਼ੀਓਲੋਜੀ, ਕਿ ਜਾਤ ਪਾਤ ਜਦ ਤੱਕ ਸਾਡੇ ਦੇਸ਼ ਚੋਂ ਨਹੀਂ ਟੁੱਟਦੀ ਉਦੋਂ ਤੱਕ ਅਸੀਂ ਤਰੱਕੀ ਨਹੀਂ ਕਰ ਸਕਦੇ। ਭਾਵੇਂ ਕਿਤੇ ਕੰਧ ਤੇ ਲਿਖ ਲਓ, ਪੱਥਰ ਤੇ ਲਿਖ ਲਓ, ਸੋਨੇ ਦੇ ਪੱਤਰੇ ਤੇ ਲਿਖ ਲਓ, ਅਸੀਂ ਤਰੱਕੀ ਨਹੀਂ ਕਰ ਸਕਾਂਗੇ। ਦੇਸ਼ ਦੇ 50% ਲੋਕਾਂ ਨੂੰ ਜਿਹੜੇ ਜਾਤੀਗਤ ਪੀੜਤ ਹੈਗੇ ਆ, ਉਹਦੇ ਤੋਂ ਰਾਹਤ ਹੀ ਨਹੀਂ ਦਿਵਾ ਸਕੇ ਅਜੇ ਤੱਕ ਅਸੀਂ। ਫਿਰ ਉਹਨਾਂ 'ਚ ਦੇਸ਼ ਭਗਤੀ ਤੇ ਦੇਸ਼ ਨੂੰ ਉੱਚਾ ਚੁੱਕਣਾ ਤੇ ਦੇਸ਼ ਲਈ ਮਰ ਮਿਟਣਾ ਤੇ ਦੇਸ਼ ਲਈ ਮਿਹਨਤ ਕਰਨਾ ਤੇ ਦੇਸ਼ ਲਈ ਘੱਟ ਖਾ ਕੇ ਵੀ ਗੁਜ਼ਾਰਾ ਕਰਨਾ ਦੀ ਭਾਵਨਾ ਕਿੱਥੋਂ ਆਊਗੀ? ਨਹੀਂ ਆਊਗੀ। ਚੀਨ ਸਾਡੇ ਨਾਲੋਂ 2.5 3 3.5 4 ਗੁਣਾ ਕਈ ਏਰੀਏ ਦੇ ਵਿੱਚ ਤਰੱਕੀ ਕਰ ਗਿਆ। ਡਿਫੈਂਸ ਵਿੱਚ ਸਾਡੇ ਨਾਲੋਂ 3.5 ਗੁਣਾ, GDP ਉਹਨਾਂ ਦੀ ਇਸੇ ਤਰ੍ਹਾਂ ਹੀ ਆ, ਪਰ ਕੈਪੀਟਾ ਇਨਕਮ ਉਹਨਾਂ ਦੀ ਇਸੇ ਤਰ੍ਹਾਂ ਹੀ ਆ। ਪਿੱਛੋਂ ਸਾਡੇ 2 ਸਾਲ ਪਿੱਛੋਂ ਆਜ਼ਾਦ ਹੋ ਕੇ 49 ਦੇ ਵਿੱਚ ਅਸੀਂ 47 ਚ ਹੋਏ ਆ, ਉਹ ਤੇ ਕਿਤੇ ਪਹੁੰਚ ਗਏ। ਉੱਥੇ ਤੇ ਅਸੀਂ ਆ ਕੁਝ ਸੁਣਦੇ ਨਹੀਂ ਜੋ ਇੱਥੇ ਹੈਗਾ। ਕਾਰਨ ਉਹਦਾ ਇੱਕੋ ਹੀ ਹੈ ਕਿ ਉੱਥੇ 80% ਲੋਕ ਇੱਕੋ ਸਮੁਦਾਇ ਦੇ ਆ, ਇੱਕੋ ਐਥਨਿਕ ਗਰੁੱਪ ਦੇ ਹੈਗੇ। ਬਾਕੀ ਠੀਕ ਹੈ, ਥੋੜੇ ਜਿਹੇ ਉੱਥੇ ਵੀ ਉਈਗਰ ਜਿਹੜੇ ਮੁਸਲਮਾਨ ਆ, ਘੱਟ ਗਿਣਤੀਆਂ ਆ, ਜਾਂ ਹੋਰ ਤਿੱਬਤ ਦੇ ਨਾਲ ਉਹਨਾਂ ਦਾ ਰੌਲਾ, ਉਹ ਗੱਲ ਅਲੱਗ ਹੈਗੀ। ਪਰ ਇੱਕ ਵੱਡੀ ਕਮਿਊਨਿਟੀ ਜਿਨ੍ਹਾਂ ਨੇ ਇੱਕ ਕੋਈ ਉਸ ਕਿਸਮ ਦਾ ਜਾਤੀਗਤ ਸਮਾਜ ਨਹੀਂ। ਹੁਣ ਆਪਾਂ ਗਰਵ ਸੇ ਕਹੋ ਹਮ ਹਿੰਦੂ ਹੈ, ਤੇ ਪੰਡਿਤ ਕਹਿਣ, ਠਾਕਰ ਕਹਿਣ, ਭੂਮੀਹਾਰ ਕਹਿਣ, ਉਹ ਤੇ ਕਹਿਣਗੇ ਹੀ, ਰਾਜਪੂਤ ਕਹਿਣ, ਪਰ ਜਿਹੜਾ ਦੱਬਿਆ ਪਿਆ ਨਾਲੀਆਂ ਦੇ ਵਿੱਚ ਤੁਸੀਂ ਉਹਨੂੰ ਵਾੜ ਦਿੰਦੇ ਆ ਸੀਵਰੇਜ ਦੇ ਵਿੱਚ, ਤੇ ਉੱਥੋਂ ਹਰ ਸਾਲ 100 ਮੌਤਾਂ ਹੋ ਜਾਂਦੀਆਂ ਮੀਥੇਨ ਗੈਸ ਦੇ ਨਾਲ। ਦਮ ਘੁੱਟ ਕੇ ਤੁਸੀਂ ਮਸ਼ੀਨਾਂ ਨਹੀਂ ਲਾ ਸਕੇ ਅਜੇ ਤੱਕ ਸੀਵਰੇਜ ਸਾਫ਼ ਕਰਾਉਣ ਲਈ, ਬੰਦਿਆਂ ਦੀਆਂ ਤੁਸੀਂ ਜਾਨਾਂ ਲੈਂਦੇ ਆ, ਔਰ ਕਾਨੂੰਨ ਬਣਿਆ 25 ਸਾਲ ਪਹਿਲਾਂ ਕਿ ਇਹ ਨਹੀਂ ਉਤਾਰੇ ਜਾ ਸਕਦੇ ਕਿਸੇ ਵੀ ਸੀਵਰੇਜ। ਇਹਦਾ ਮਤਲਬ ਉਹ ਗਰਵ ਸੇ ਆਪਣੇ ਆਪ ਨੂੰ ਹਿੰਦੂ ਵੀ ਨਹੀਂ ਕਹਾ ਸਕਦੇ ਤੇ ਭਾਰਤੀ ਵੀ ਨਹੀਂ ਕਹਿਣ ਚ ਮਾਣ ਮਹਿਸੂਸ ਕਰਨਗੇ, ਕਿਉਂਕਿ ਇਹ ਦੇਸ਼ ਉਹਨਾਂ ਨੂੰ ਦੇ ਕੀ ਰਿਹਾ। ਇਸ ਲਈ ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਦੀ ਗੱਲ 15 ਅਗਸਤ ਨੂੰ ਹੋਊਗੀ, ਇਹ ਸਾਰੀਆਂ ਗੱਲਾਂ, ਭਾਵੇਂ ਉਹ ਦਲਿਤ ਦਾ, ਜਾਤੀ ਦਾ ਇਸ਼ੂ ਹੈਗਾ, ਭਾਵੇਂ ਉਹ ਔਰਤ ਦਾ ਇਸ਼ੂ ਹੈਗਾ। ਔਰਤ ਦਾ ਵੀ ਬਹੁਤ ਵੱਡਾ ਮਾਮਲਾ, ਛੋਟਾ ਨਹੀਂ ਹੈ। ਉਸ ਨੂੰ ਅਜੇ ਵੀ ਸਮਝਾਇਆ ਗਿਆ ਕਿ ਤੂੰ ਅਬਲਾ ਹੈ, ਤੂੰ ਵਿਚਾਰੀ ਹੈ, ਤੂੰ ਰਾਤ ਨੂੰ ਬਾਹਰ ਨਹੀਂ ਜਾ ਸਕਦੀ, ਤੈਨੂੰ ਹੀ ਆਪਣੇ ਆਪ ਨੂੰ ਧਿਆਨ ਰੱਖਣਾ ਪਊ, ਤੈਨੂੰ ਆਪਣਾ ਜਾਨੀ ਜੇ ਕੋਈ ਗੱਲ ਹੁੰਦੀ ਹੈ ਤੇ ਤੂੰ ਹੀ ਕਸੂਰਵਾਰ ਹੈ, ਇਹੋ ਜਿਹੀਆਂ ਗੱਲਾਂ। ਔਰ ਉਹ ਜਿੰਨੀ ਮਰਜ਼ੀ ਮਿਹਨਤ ਕਰ ਲੈ, ਮੈਂ ਕਹਿਣਾ ਬਹੁਤ ਜ਼ਰੂਰੀ ਸਮਝਦਾ, ਸਾਨੂੰ ਇਹ ਬਾਰ-ਬਾਰ ਸਮਝਣਾ ਪਊਗਾ ਜੇ ਇਹਦੇ ਤੋਂ ਨਿਜਾਤ ਪਾਉਣੀ ਹੈ ਇਹਨਾਂ ਵਿਤਕਰਿਆਂ ਤੋਂ। ਔਰਤ ਸੁਬਾਹ ਸਭ ਤੋਂ ਪਹਿਲਾਂ ਉੱਠੂ, ਘਰ 'ਚ ਸਭ ਤੋਂ ਲੇਟ ਸੌਂਗੀ, ਨਿਆਣਿਆਂ ਨੂੰ ਪਾਲਣਾ ਤੇ ਹਸਬੈਂਡ ਨੂੰ ਵੀ, ਉਹ ਵੀ ਇੱਕ ਨਿਆਣਾ ਹੀ ਬਣ ਜਾਂਦਾ ਘਰ ਆ ਕੇ, ਉਹਨੂੰ ਵੀ ਸਾਂਭਣਾ। ਉਹਨੇ ਆ ਕੇ ਜਿਸ ਤਰ੍ਹਾਂ ਘਰ ਦਾ ਮਨਾਰਕ ਹੁੰਦਾ, ਰਾਜਾ ਹੁੰਦਾ, ਇੱਧਰ ਫੂੰ ਫਾਂ ਜੇ ਉਹ ਸਾਰਾ ਕਰਨਾ, ਉਹ ਵੀ ਬਰਦਾਸ਼ਤ ਕਰਨਾ, ਹਰ ਕਿਸਮ ਦੀ ਉਹਨੇ ਖਿਦਮਤ ਕਰਨੀ ਆ, ਬੱਚਿਆਂ ਦੀ ਵੀ ਤੇ ਹਸਬੈਂਡ ਦੀ ਵੀ। ਉਦੋਂ ਬਾਅਦ ਜੇ ਕੋਈ ਉਹਨੂੰ ਪੁੱਛੇ, ਸੈਂਸਸ ਡਿਪਾਰਟਮੈਂਟ ਵਾਲਾ, ਹੁਣੇ ਸੈਂਸਸ ਹੋਣਾ ਨਾ 2021 ਵਾਲਾ, ਸੈਂਸਸ ਵਾਲੇ ਜਾਂਦੇ ਕਰੋ ਕਰੀ, ਬੀਬੀ ਤੂੰ ਕੀ ਕਰਦੀ ਆ? ਕੁਛ ਨਹੀਂ ਜੀ, ਕੁਛ ਨਹੀਂ ਕਰਦੀ, ਯਾਨੀ ਸਾਰੇ ਟੱਬਰ ਨਾਲੋਂ ਦੁੱਗਣਾ ਕੰਮ ਕਰਦੀ ਹੈ। ਫਿਰ ਤੈਨੂੰ ਸਮਝਾ ਦਿੱਤਾ ਸਮਾਜ ਨੇ ਤੇ ਤੇਰੇ ਘਰ ਵਾਲੇ ਨੇ ਤੇ ਆਦਮੀਆਂ ਨੇ, ਤੇਰਾ ਕੰਮ ਨਹੀਂ ਤੇ ਮੇਰਾ ਕੰਮ। ਭਾਵੇਂ ਉਹਦੇ ਦਫ਼ਤਰ 'ਚ ਬਹਿ ਕੇ ਗੱਪਾਂ ਮਾਰ ਕੇ ਸਮੋਸੇ ਖਾ ਕੇ ਆ ਗਏ ਹੋਣ, ਕਿਉਂਕਿ ਉਹਦੀ ਤਨਖਾਹ ਮਿਲਣੀ ਆ, ਮੀਟਰ ਘੁੰਮਦਾ, ਤੇ ਇਹਨੇ ਘਰ ਨੂੰ ਸਾਂਭਣਾ। ਇਹਦੀ ਮਿਹਨਤ ਜਿਹੜੀ ਆ ਉਹ ਕੁਛ ਵੀ ਨਹੀਂ, ਉਹਦੀ ਮਿਹਨਤ ਜਿਹੜਾ ਵਿਹਲਾ ਬਹਿ ਕੇ ਆ ਗਿਆ ਸਕੂਟਰ ਤੇ ਜਾ ਕੇ ਜਾਂ ਗੱਡੀ 'ਚ ਬਹਿ ਕੇ, ਉਹਦੀ ਮਿਹਨਤ ਆ। ਇਸ ਕਿਸਮ ਦੀਆਂ ਡੈਫੀਨੇਸ਼ਨਾਂ, ਪਰਿਭਾਸ਼ਾਵਾਂ, ਸਾਡੇ ਸੰਸਕਾਰ, ਇਹਨੂੰ ਤੋੜਨਾ ਪਊਗਾ। ਮੈਂ ਆਜ਼ਾਦੀ ਦੀ ਤਾਂ ਕਰਕੇ ਕਹਿਣਾ ਕਿ ਜੇ ਜਦ ਤੱਕ ਆਜ਼ਾਦੀ ਦਾ ਕੋਈ ਆਨੰਦ ਨਹੀਂ ਮਾਣਿਆ ਜਾ ਸਕਦਾ, ਜਾਂ ਇਸੇ ਕਰਕੇ ਕਹਿੰਦੇ ਆ ਕਿ ਸਾਡੀ ਆਜ਼ਾਦੀ ਇਨਕੰਪਲੀਟ ਆਜ਼ਾਦੀ, ਅਧੂਰੀ ਆਜ਼ਾਦੀ, ਇਹੀ ਕਿਸਾਨਾਂ ਨੇ ਕਿਹਾ।
कि ਅਸੀਂ ਇਸ ਨੂੰ ਅਧੂਰੀ ਆਜ਼ਾਦੀ ਦੇ ਦਿਵਸ ਤੌਰ ਤੇ ਮਨਾਵਾਂਗੇ। ਬਿਲਕੁਲ ਠੀਕ ਹੈ, ਸਾਨੂੰ ਬੋਲਣ ਦੀ ਆਜ਼ਾਦੀ, ਵੋਟ ਪਾਉਣ ਦੀ ਆਜ਼ਾਦੀ ਹੈ, ਪਰ ਸਾਡੇ ਨਾਲ ਪੈਗਾਸਸ ਵੀ ਲਾਤਾ ਕਿ ਘਰ ਘਰ ਸਪਾਈਂਗ ਕਰਨੀ ਆ, ਬੋਲਣ ਨੂੰ ਰੋਕਿਆ ਜਾਂਦਾ। ਜਿਹੜੇ ਬੋਲੇ ਸੀਗੇ ਭੀਮਾ ਕੋਰੇਗਾਂਵ ਅੰਦਰ UAPA ਦੇ ਅੰਦਰ ਸੁੱਟੇ ਹੋਏ ਆ, ਜੇਲ੍ਹਾਂ 'ਚ ਸਾੜਨ ਲਈ ਸੁੱਟੇ ਆ। ਜਿਹੜਾ ਵੀ ਜਰਨਲਿਸਟ ਬੋਲਦਾ, ਪਿਛਲੇ ਆ ਹੁਣੇ ਕੱਲ ਖਬਰ ਸੀ 37 ਜਰਨਲਿਸਟਾਂ ਨੂੰ ਅੰਦਰ ਸੁੱਟਿਆ ਜੇਲ੍ਹ ਦੇ, ਤੇ 13-14 ਤੇ ਮਾਰ ਵੀ ਦਿੱਤੇ ਆ ਪਿਛਲੇ ਸਾਲ। ਇਹ ਹਾਲਤ ਜਰਨਲਿਸਟਾਂ ਦੀ ਵੀ ਹੈਗੀ ਹੈ, ਪੂਰੀ ਰਿਪੋਰਟ ਆਈ ਹੈ। ਇਸ ਲਈ ਸੁਖਵਿੰਦਰ, ਜੇ ਤੁਸੀਂ ਕੋਰਟਾਂ ਦਾ ਗਲ ਪੁੱਟੋਗੇ, ਤੁਸੀਂ ਆਪਣੀ ਪੁਲਿਸ ਨੂੰ ਕਰਪਟ ਕਰਕੇ ਉਹਨਾਂ ਨੂੰ ਆਪਣੇ ਜਿਸ ਤਰ੍ਹਾਂ ਕੀ ਕਹਿੰਦੇ ਆ ਦਾਦਿਆਂ ਦੇ ਤੌਰ ਤੇ ਵਰਤੋਗੇ, ਮਸਲਮੈਨ ਦੇ ਤੌਰ ਤੇ ਵਰਤੋਗੇ, ਇਸੇ ਤਰੀਕੇ ਦੇ ਨਾਲ ਬਿਊਰੋਕ੍ਰੇਸੀ ਨੂੰ ਤੁਸੀਂ ਡਰਾ ਧਮਕਾ ਕੇ ਕਰਪਟ ਕਰਕੇ ਆਪਣੇ ਕੰਮ ਲਓਗੇ ਤੇ ਨਾਲ ਉਹਨਾਂ ਨੂੰ ਭਾਈਵਾਲ ਬਣਾ ਲਓਗੇ ਆਪਣੀ ਕਰਪਸ਼ਨ 'ਚ, ਤਾਂ ਫਿਰ ਆਮ ਲੋਕਾਂ ਨੂੰ ਰਾਹਤ ਕਿੱਥੋਂ ਤੇ ਕਿਵੇਂ ਤੇ ਕਦੋਂ ਮਿਲੂਗੀ? ਇਹ ਸਵਾਲ ਸਾਰੇ ਆਜ਼ਾਦੀ ਦਿਹਾੜੇ ਤੇ ਉੱਠਣੇ ਚਾਹੀਦੇ ਆ। ਮੇਰੇ ਮਨ ਵਿੱਚ ਤੇ ਸਕੀਮ ਹੋਰ ਸੀ ਸੁਖਵਿੰਦਰ, ਵੀ ਇਹ ਸਾਡੇ ਵੀਰਾਂ ਨੂੰ ਆਜ਼ਾਦੀ ਦਾ ਜਿਹੜਾ ਝੰਡਾ ਜ਼ਰੂਰ ਚਲਾਉਣਾ ਚਾਹੀਦਾ, ਪਰ 1-2 ਜਾਂ ਕੁਝ 5-4 ਜਗ੍ਹਾ ਚੁਣ ਕੇ ਆਪਣੀਆਂ ਝਾਕੀਆਂ ਕਿ ਕਿਸਾਨ ਦੀ ਕੀ ਹਾਲਤ ਹੈ ਉਹ ਝਾਕੀ ਕੱਢਣੀ ਚਾਹੀਦੀ ਆ, ਔਰਤ ਦੀ ਕੀ ਹਾਲਤ ਆ ਉਹ ਝਾਕੀ ਕੱਢਣੀ ਚਾਹੀਦੀ ਆ, ਗਰੀਬਾਂ ਦੇ ਬੱਚੇ ਨੰਗੇ ਧੜੰਗੇ ਗਲੀਆਂ 'ਚ ਕਿਵੇਂ ਫਿਰਦੇ ਆ ਉਹਦੀ ਝਾਕੀ ਕੱਢਣੀ ਚਾਹੀਦੀ ਆ। ਸਾਡੇ ਡੰਗਰਾਂ ਵੱਛਿਆਂ ਦਾ ਕੀ ਬਣਿਆ, ਉਹ ਵੀ ਭੁੱਖੇ ਮਰ ਰਹੇ ਆ ਇਸ ਵੇਲੇ, ਹਾਲਤ ਇਹ ਬਣੀ ਆ, ਉਹਦੀ ਝਾਕੀ ਕੱਢਣੀ ਚਾਹੀਦੀ ਆ। ਯਾਨੀ ਕਿਸਾਨ ਦਾ, ਮਜ਼ਦੂਰ ਦਾ, ਔਰਤ ਦਾ, ਦਲਿਤ ਦੀ ਝਾਕੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਅਜੇ ਵੀ ਕਿਵੇਂ ਸਮਾਜਿਕ ਸੰਗਲੀਆਂ ਦੇ ਵਿੱਚ ਬਿਲਕੁਲ ਬੰਨੇ ਪਏ ਆ। ਇਹ ਸਾਰੀਆਂ ਝਾਕੀਆਂ ਨਿਕਲ ਕੇ ਅਸੀਂ ਆਪਣੇ ਸਿੰਬੋਲਿਕ ਤੌਰ ਤੇ ਆਪਣੀ ਆਜ਼ਾਦੀ ਨੂੰ ਊਣੀ ਆਜ਼ਾਦੀ ਦੇ ਤੌਰ ਤੇ ਜਾਂ ਅਧੂਰੀ ਆਜ਼ਾਦੀ ਤੌਰ ਤੇ ਮਨਾਉਂਦੇ, ਜਿੰਨਾ ਜਿੱਤ ਲਿਆ ਉਸ ਦੇ ਜਸ਼ਨ ਮਨਾਉਂਦੇ, ਜਿਹੜਾ ਜਿੱਤਣਾ ਆ ਉਹਦੇ ਲਈ ਪੜ੍ਹਨ ਲੈਂਦੇ। ਇਸ ਕਿਸਮ ਦੀ ਆਜ਼ਾਦੀ ਹੋਣੀ ਚਾਹੀਦੀ। ਹਾਂਜੀ ਸੁਖਵਿੰਦਰ ਜੀ, ਕੁਝ ਜ਼ਿਆਦਾ ਹੀ ਜੀ ਕੋਈ ਨਹੀਂ। ਪ੍ਰੋਫੈਸਰ ਸਾਹਿਬ, ਨਾਲ ਗੱਲ ਇਹ ਵੀ ਹੈ ਨਾ ਕਿ ਜਦੋਂ ਅਸੀਂ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ, ਇਕੱਲਾ ਇਹ ਨਹੀਂ ਕਿ ਸਾਰਾ ਕੁਝ ਸਰਕਾਰਾਂ ਦੇ ਸਿਰ ਤੇ ਮੜ ਦਿੱਤਾ ਜਾਏ ਕਿ ਜੇ ਅਧੂਰੀ ਆਜ਼ਾਦੀ ਹੈ ਤਾਂ ਉਹਦੇ ਵਿੱਚ ਸਰਕਾਰਾਂ ਦਾ ਰੋਲ ਹੈ। ਲੋਕਾਂ ਨੂੰ ਵੀ ਆਪਣੀਆਂ ਸਮਾਜਿਕ ਕਦਰਾਂ ਕੀਮਤਾਂ ਸਮਝਣੀਆਂ ਚਾਹੀਦੀਆਂ। ਜੇ ਅੱਜ ਇੱਕ ਅੰਦੋਲਨ ਚੱਲ ਰਿਹਾ ਤੇ ਅੰਦੋਲਨ ਦੇ ਜ਼ਰੀਏ ਜਦੋਂ ਇੱਕ ਸੁਨੇਹਾ ਜਾਂਦਾ ਹੈ ਕਿ ਔਰਤਾਂ ਦੀ ਸੰਸਦ ਲੱਗ ਰਹੀ ਹੈ, ਔਰਤਾਂ ਨੂੰ 1 ਦਿਨ ਦਾ ਸਟੇਜ ਦਿੱਤੀ ਗਈ ਹੈ, ਨੌਜਵਾਨਾਂ ਨੂੰ ਦਿੱਤੀ ਗਈ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੁੰਦੀ ਹੈ, ਤਾਂ ਪਿੰਡਾਂ ਦੇ ਵਿੱਚੋਂ ਵੀ ਕੇਕਾ ਦਿਖਾਉਣਾ ਚਾਹੀਦਾ ਹੈ ਕਿ ਜੱਟਵਾਦ ਨੂੰ ਦੂਰ ਕਰਕੇ ਜਾਤੀਗਤ ਜਿਹੜੇ ਪਿੰਡਾਂ ਦੇ ਵਿੱਚ ਸਮੀਕਰਨ ਬਣਦੇ ਨੇ ਉਹਨਾਂ ਨੂੰ ਦੂਰ ਕਰਕੇ ਇੱਕ ਇਹੋ ਜਿਹੀ ਸਿਆਸਤ ਸਾਫ਼ ਸੁਥਰੀ ਜਿਹੜੀ ਹੈ ਉਹ ਲਿਆਉਣ, ਉਹਦੀ ਮਿਸਾਲ ਪੈਦਾ ਕਰਨ, ਤਾਂ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਵੀ ਇਹਨਾਂ ਤੋਂ ਕੁਝ ਸਿੱਖ ਸਕਣ ਤੇ ਲੋਕ ਵੀ ਕਹਿਣਗੇ ਵਾਕਈ ਇਹ ਕਿਸਾਨੀ ਅੰਦੋਲਨ ਨੇ ਇੱਕ ਨਵੀਂ ਜਾਗ ਲਾਈ ਆ। ਜਿਹੜਾ ਪਿੰਡਾਂ 'ਚ ਕੰਮੀ ਭਾਈਚਾਰਾ, ਜਿਨ੍ਹਾਂ ਨੂੰ ਕੰਮੀ ਕਹਿ ਦਿੰਦੇ ਨੇ, ਦਲਿਤ ਭਾਈਚਾਰਾ, ਪਛੜੇ ਵਰਗ ਨੇ, ਜਿਨ੍ਹਾਂ ਦੇ ਘਰ 2 ਟਾਈਮ ਦਾ ਦਾਲ ਫੁਲਕਾ ਵੀ ਮਸਾਂ ਪੱਕਦਾ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਤਾਂ ਕਿ ਉਹ ਵੀ ਬਰਾਬਰ ਉਹਨਾਂ ਦੇ ਨਾਲ ਖੜੇ ਹੋਣ, ਇਕੱਠੇ ਬਹਿਣ। ਇਹ ਨਾ ਹੋਵੇ ਕਿ ਵਿਤਕਰਾ ਉੱਥੇ ਦਾ ਉੱਥੇ ਰਹੇ, ਅਸੀਂ ਸਰਕਾਰਾਂ ਨੂੰ ਕੋਸੀ ਜਾਈਏ। ਸੁਖਵਿੰਦਰ, ਇੰਜ ਨਹੀਂ ਹੁੰਦਾ ਹੈ। ਅਸਲ 'ਚ ਆ ਕਿ ਤੁਸੀਂ ਵੀ ਘਰ 'ਚ ਦੇਖ ਲਓ, ਜਿਹੜਾ ਬੰਦਾ ਤਗੜਾ ਹੁੰਦਾ ਉਹ ਸਾਰੀ ਚੀਜ਼ ਤੇ ਜਾਇਦਾਦ ਤੇ ਜੱਫਾ ਮਾਰ ਜਾਂਦਾ ਤੇ ਦੂਜਿਆਂ ਨੂੰ ਕਹਿੰਦਾ ਵੀ ਤੁਸੀਂ ਹੁਣ ਯਾਰ ਕਿਤੇ ਹੋਰ ਚਲੇ ਜਾਓ। ਭਰਾਵਾਂ 'ਚ ਇੰਜ ਹੋ ਜਾਂਦਾ। ਇਹਦੇ ਨਾਲੋਂ ਵੱਧ ਤੇ ਮੋਰਲ ਤੇ ਸਮਾਜਿਕ ਸ਼ਰਮ ਦੀ ਕੋਈ ਗੱਲ ਹੁੰਦੀ ਨਹੀਂ। ਫਿਰ ਵੀ ਸੱਤਾ ਨੂੰ ਜਦੋਂ ਤੁਸੀਂ ਜਾਇਦਾਦ ਤੇ ਕਬਜ਼ਿਆਂ ਦੀ ਗੱਲ ਜਾਂ ਸੱਤਾ ਤੇ ਕਬਜ਼ੇ ਜਾਂ ਰੁਤਬੇ ਨੂੰ ਅਸਰਟ ਕਰਨ ਦੀ ਗੱਲ ਆਉਂਦੀ ਆ ਕਿ ਮੈਂ ਤੇਰੇ ਨਾਲ ਤਗੜਾ ਹੋਏ ਤੇ ਤੂੰ ਕੌਣ ਹੁੰਦਾ ਖੰਘਣ ਵਾਲਾ ਮੇਰੇ ਘਰ ਦੇ ਸਾਹਮਣੇ, ਇਸ ਕਿਸਮ ਦਾ ਇਹਦੀ ਜੜ ਬੜੀ ਡੂੰਘੀ ਹੁੰਦੀ ਹੈ। ਇਹ ਇੱਕ ਮੋਰਲ ਕੁਐਸਚਨ ਨਹੀਂ ਹੈਗਾ ਸਿੰਪਲੀ ਕਿ ਉਹਨੂੰ ਸਮਝਾ ਦਿਓ, ਬੁਝਾ ਦਿਓ, ਯਾਰ ਇਸ ਤਰ੍ਹਾਂ ਨਹੀਂ ਰਹੀਦਾ, ਪਿਆਰ ਨਾਲ ਰਹੀਦਾ, ਪਾਓ ਜੱਫੀ ਪਾਓ ਸਭ ਠੀਕ ਹੋ ਗਿਆ, ਕੋਈ ਗੱਲ ਨਹੀਂ ਹੈ, ਕੋਈ ਗੱਲ ਨਹੀਂ। ਇਸ ਤਰ੍ਹਾਂ ਨਹੀਂ ਇਹ ਟੁੱਟਦਾ ਹੈ। ਆਪਾਂ ਨੂੰ ਜਿਹੜੇ ਬੰਦੇ ਦੱਬੇ ਆ ਜਾਂ ਪਛੜੇ ਰਹਿ ਗਏ ਆ ਉਹਨਾਂ ਨੂੰ, ਹੁਣ ਰਿਜ਼ਰਵੇਸ਼ਨ ਇੱਕ ਇਹੀ ਚੀਜ਼ ਸੀ। ਰਿਜ਼ਰਵੇਸ਼ਨ ਦਾ ਮਤਲਬ ਕੀ ਸੀ ਕਿ ਇਹਨਾਂ ਦੀ ਲਾਈਨ ਸੈਪਰੇਟ ਲਾਓ, ਵੀ ਦੂਜੀ ਲਾਈਨ ਦੇ ਵਿੱਚ ਤੇ ਕਿਤੇ ਨੇੜੇ ਤੇੜੇ ਆਉਂਦੀ ਨਹੀਂ, ਇਹਨਾਂ ਦੀ ਵਾਰੀ ਨਹੀਂ ਆਉਂਦੀ, ਰੋਜ਼ ਹੀ ਵਿੰਡੋ ਜਦੋਂ ਨੂੰ ਇਹਨਾਂ ਨੇ ਪਹੁੰਚਣਾ ਉਦੋਂ ਵਿੰਡੋ ਛੱਟ ਹੋ ਜਾਂਦੀ ਆ, ਇਹ ਰੋਜ਼ ਹੀ ਬਾਹਰ ਰਹਿ ਜਾਂਦੇ ਆ, ਵੀ ਇਹਨਾਂ ਦੀ ਵਿੰਡੋ ਅਲੱਗ ਲਾ ਦਿਓ। ਰਿਜ਼ਰਵੇਸ਼ਨ ਦਾ ਮਤਲਬ ਇਹ ਸੀ ਕਿ ਆਪਣੀ ਲਾਈਨ ਦੇ ਵਿੱਚ ਹੀ ਕੰਪੀਟ ਕਰਨ। ਹੁਣ ਉਹਦਾ ਵੀ ਰਿਜ਼ਲਟ ਕੁਛ ਤੇ ਮਾੜਾ ਮੋਟਾ ਨਿਕਲਿਆ, ਪਰ ਜੋ ਉਹਦੇ ਤੋਂ ਉਮੀਦਾਂ ਸੀ ਉਹ ਨਹੀਂ ਨਿਕਲਿਆ। ਉਹ ਉਮੀਦਾਂ ਦੇ ਮੁਤਾਬਕ 10% ਵੀ ਨਹੀਂ ਨਿਕਲਿਆ। ਮੈਂ ਤੇ ਕਹਿੰਦਾ 90% ਰਿਜ਼ਰਵੇਸ਼ਨ ਆਪਣੇ ਮਿਸ਼ਨ 'ਚ ਫੇਲ ਹੋਈ ਹੈ। ਪਰ ਫਿਰ ਵੀ ਉਸ ਦਾ ਵੀ ਲੋਕਾਂ ਦੇ ਵਿੱਚ ਇੰਨਾ ਰੋਸ਼ ਤੇ ਵਿਰੋਧ ਤੇ ਆਕਰੋਸ਼ ਹੁੰਦਾ ਕਿ ਇਹ ਲੁੱਟ ਕੇ ਖਾ ਗਏ, ਇਹ ਕੌਣ ਹੁੰਦੇ ਆ? ਸਮਝਦੇ ਨਹੀਂ ਹੈ ਕਿ ਉਹ ਵੀ ਜੀਣ ਆਏ ਆ, ਅਸੀਂ ਵੀ ਜੀਣਾ। ਸਾਡੇ ਕੋਲ ਜਿੰਨਾ ਵੀ ਕੋਈ ਸਾਧਨ ਸੰਪੰਨ ਹੈਗਾ
ਉਨਾ ਹੀ ਉਹ ਜ਼ਿਆਦਾ ਨਫ਼ਰਤ, ਉਨੀ ਉਹ ਜ਼ਿਆਦਾ ਦਾਦਾਗਿਰੀ, ਉਨੀ ਉਹ ਜ਼ਿਆਦਾ ਆਪਣੇ ਆਪ ਨੂੰ ਧੌਂਸ ਦਿਖਾਉਂਦਾ। ਇਹਦਾ ਮਤਲਬ ਇਹ ਹੈਗਾ ਸੁਖਵਿੰਦਰ ਕਿ ਰੀਅਲ ਸੈਂਸ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਸ਼ੁਰੂ ਕਰਕੇ ਜਿਹੜੇ ਥੱਲੇ ਦੱਬੇ ਰਹਿ ਗਏ ਉਹਨਾਂ ਨੂੰ ਮੌਕੇ ਦੇਣੇ ਆ। ਮੈਂ ਤੁਹਾਨੂੰ ਨਿੱਕੀ ਐਗਜ਼ਾਮਪਲ ਦਿੰਨਾ, ਇਹ ਕੀਤਾ ਵਿਦੇਸ਼ਾਂ ਦੇ ਵਿੱਚ ਕੀਤਾ। ਹੁਣ ਤੁਸੀਂ ਦੱਸੋ ਕਿ ਰੇਸ ਜਿਹੜਾ ਕਾਲਿਆਂ ਨੂੰ, ਜਿਹਨੂੰ ਸ਼ਾਹ ਫਾਰਮ ਕਹਿੰਦੇ ਆ, ਹੈ ਨਾ, ਹੁਣ ਤੁਸੀਂ ਉਹ ਜਾਰਜ ਦਾ ਦੇਖਿਆ ਸੀ, ਕੀ ਨਾਂ ਸੀ ਉਹ ਜਿਹਨੂੰ ਮਾਰਤਾ ਸੀ ਪੁਲਿਸ ਨੇ ਅਮਰੀਕਾ ਦੇ ਵਿੱਚ, ਹੁਣੇ ਇੰਨੀ ਮੂਵਮੈਂਟ ਚੱਲੀ ਹੈ, ਜਾਰਜ ਫਲਾਇਡ, ਹੈ ਨਾ। ਇਸ ਲਈ ਉੱਥੇ ਨਫ਼ਰਤ ਬਹੁਤ ਆ, ਪਰ ਜਦੋਂ ਤਗਮੇ ਲੈ ਕੇ ਆਉਂਦੇ, ਕੌਣ ਲੈ ਕੇ ਆਉਂਦੇ ਆ, ਹੈ ਨਾ, ਵਿਲੀਅਮ ਜਾਂ ਹੋਰ ਸਾਰੇ ਕੌਣ ਹੈਗੇ ਆ, ਉਹੀ ਤਕੜੇ ਆ ਸਾਰੇ, ਮੁੱਕੇਬਾਜ਼ ਤਕੜੇ ਆ। ਔਰ ਰੈਸਲਰ ਬੋਲਟ ਕੌਣ ਸੀਗਾ, ਜਿਹੜਾ ਸੁਪਰਮੈਨ ਸੀ, ਜਿਹੜਾ ਇੰਨਾ ਤੇਜ਼ੀ ਨਾਲ ਭੱਜਦਾ ਸੀਗਾ, ਹੈ ਨਾ। ਉਹ ਇਸ ਲਈ ਉਹ ਦੇਸ਼ ਲਈ ਅਸੀਂ ਆਪਣੇ ਇਹਨਾਂ ਬੰਦਿਆਂ ਨੂੰ ਇਸ ਤਰ੍ਹਾਂ, ਸਾਡੇ ਕੋਲ ਤੀਰ ਅੰਦਾਜ਼ ਇੰਨੇ ਤਕੜੇ ਆਦੀਵਾਸੀ ਹੈਗੇ ਆ, ਕਿਉਂ ਨਹੀਂ ਅਸੀਂ ਉਹਨਾਂ ਨੂੰ ਤੀਰ ਅੰਦਾਜ਼ੀ ਦੇ ਵਿੱਚ ਮੌਕਾ ਦਿੰਦੇ ਬਈ? ਉਹ ਤੇ ਜਨਮ ਦੇ ਉੱਤੋਂ ਤੀਰ ਚਲਾਉਂਦੇ ਆ, ਸਾਰਾ ਕੁਝ ਦੇਖਦੇ ਹੈਗੇ ਆ, ਕਿਉਂ ਨਹੀਂ ਉਹਨਾਂ ਨੂੰ ਆਪਾਂ ਬੰਦੂਕਾਂ ਵਾਲੇ ਵਿੱਚ ਮੌਕਾ ਦਿੰਦੇ? ਇਸ ਤਰੀਕੇ ਨਾਲ ਦੌੜਨ ਦੇ ਵਿੱਚ ਜਿਹੜਾ ਇੰਨੇ ਧਰਤੀ ਨਾਲ ਜੁੜੇ ਹੋਏ ਬੰਦੇ ਹੈਗੇ ਆ, ਜਾਂ ਮੁੱਕੇਬਾਜ਼ ਸਾਡੇ ਪਿੰਡਾਂ 'ਚ, ਮੈਂ ਤੁਹਾਨੂੰ ਹੁਣ ਕਹਿਣਾ ਨਹੀਂ ਚਾਹੀਦਾ, ਮੈਂ ਜਾਤੀਗਤ ਨਾਂ ਲੈ ਕੇ ਦੱਸ ਦਿੰਦਾ ਕਿ ਸਾਡੇ ਨਾਲ ਸਭ ਤੋਂ ਤਕੜੇ ਸੰਡੌਲ ਸਰੀਰ ਜਿਹੜੇ ਮਜ਼੍ਹਬੀ ਸਿੱਖਾਂ ਦੇ ਪਿੰਡਾਂ 'ਚ ਕੰਮ ਕਰਦੇ ਤਕੜੇ, ਉਹਨਾਂ ਨੂੰ ਖੁਰਾਕ ਖਰੂਕ ਦਿੱਤੀ ਜਾਏ, ਥਾਪੜਾ ਦਿੱਤਾ ਜਾਏ, ਰੈਸਲਰ ਬੜੇ ਤਕੜੇ ਨਿਕਲਣਗੇ, ਉਹ ਬਾਕਸਰ ਬੜੇ ਤਕੜੇ ਨਿਕਲਣਗੇ। ਅਸੀਂ ਇੰਝ ਸੋਚਦੇ ਨਹੀਂ, ਸਾਡਾ ਹੀ ਮੁੰਡਾ ਅੱਗੇ ਜਾਏ, ਸਾਡੀ ਬੱਚੀ ਜਾਏ, ਸਾਡੇ ਬੱਚੇ ਚੰਗੇ ਸਕੂਲਾਂ ਜਾਣ, ਉੱਥੋਂ ਫਿਰ ਸਿਫਾਰਿਸ਼ ਲਾ ਕੇ ਚੁਣ ਕੇ ਗਾਂ ਟੀਮ 'ਚ ਭੇਜ ਦਿਓ। ਇਹ ਕੰਮ ਬੰਦ ਹੋਣ। ਅਸੀਂ ਸਮਾਜ ਨੂੰ ਜਿਹੜਾ ਜਿੱਥੇ ਜਿੰਨਾ ਤਕੜਾ ਫਿੱਟ ਕੰਮ ਕਰ ਸਕਦਾ ਔਰ ਦੇਸ਼ ਲਈ ਕੋਈ ਮਾਣ ਲਿਆ ਸਕਦਾ ਵਾ, ਉਸੇ, ਮੈਂ ਖੇਡਾਂ ਦੀ ਇੱਕ ਗੱਲ ਕੀਤੀ ਹੈ, ਮੇਰਾ ਮਤਲਬ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਸਾਰੀ ਜਗ੍ਹਾ ਹੀ ਜਿਹੜਾ ਜਿੰਨਾ ਵਧੀਆ ਜਿੱਥੇ ਫਿੱਟ ਹੋ ਸਕਦਾ ਉਹਨੂੰ ਕੀਤਾ ਜਾਏ। ਔਰ ਉਹਦੇ ਨਾਲ ਉਹਨਾਂ ਨੂੰ ਵੀ ਲੱਗੂਗਾ, ਉਹਨਾਂ ਕੋਲ ਚਾਰ ਪੈਸੇ ਆਉਣਗੇ, ਉਹਨਾਂ ਨੂੰ ਲੱਗੂਗਾ ਸਾਨੂੰ ਸਮਾਜ, ਸਾਡੀ ਸਰਕਾਰ ਸਾਨੂੰ ਕੁਝ ਦੇ ਰਹੀ ਹੈ, ਸਾਨੂੰ ਮੌਕੇ ਦੇ ਰਹੀ ਹੈ, ਇਹ ਸਾਡੀ ਹੈ। ਨਹੀਂ ਤੇ ਜੋ ਅੱਜ ਦੀ ਹਾਲਾਤ ਆ, ਲੁੱਟ ਖੋਹ ਤੇ ਹੇਰਾ ਫੇਰੀ ਤੇ ਜੋ ਲਾਲਾ ਚਾਰੇ ਪਾਸੇ ਹੋਈ ਹੈ, ਇਹਦੇ ਨਾਲ ਆਜ਼ਾਦੀ ਦੇ ਮਾਨਣ ਵਾਲੀ ਗੱਲ ਘੱਟ ਆ ਤੇ ਨਮੋਸ਼ੀ ਵਾਲੀ ਗੱਲ ਅਜੇ ਵੀ ਬਹੁਤ ਜ਼ਿਆਦਾ। ਇੱਕ ਠਾਕਰਾਂ ਦੇ ਪਿੰਡ ਤੁਸੀਂ ਪਿੱਛੇ ਸੁਣਿਆ ਹੀ ਆ, ਯੂਪੀ ਦਾ ਪਿੰਡ ਸੀਗਾ, ਯਾਨੀ ਕੋਰਟ ਨੂੰ ਜਾ ਕੇ ਇੰਟਰਵੀਨ ਕਰਨਾ ਪਿਆ ਕਿ ਦਲਿਤ ਮੁੰਡਾ ਜਾ ਕੇ ਆਪਣੀ ਬਹੂ ਨੂੰ, ਵਾਈਫ ਨੂੰ ਘੋੜੀ ਤੇ ਜਾ ਕੇ ਲਿਆਉਣ ਲਈ, ਜਾਨੀ ਠਾਕਰ ਕਹਿਣ ਸਾਡੀ ਮੁੱਛ ਦਾ ਸਵਾਲ ਆ, ਇਹ ਕੌਣ ਹੁੰਦਾ ਦਲਿਤ? ਆ ਕੱਲ ਦੀਆਂ ਗੱਲਾਂ ਮੈਂ ਕਰ ਰਿਹਾ, ਕਾਹਦੀ ਆਜ਼ਾਦੀ ਆ ਫਿਰ? ਤੁਸੀਂ ਪਿੱਛੇ ਤੇ ਸੀਗਾ, ਚਲੋ ਅੱਜ ਤੋਂ 100 ਸਾਲ ਪਹਿਲਾਂ, 200 ਸਾਲ ਪਹਿਲਾਂ ਤੇ ਇਹ ਬਹੁਤ ਵਿਤਕਰੇ ਸੀਗੇ। ਹੁਣ 70 ਸਾਲ ਤੋਂ ਬਾਅਦ ਵੀ, ਜਾਂ 75 ਸਾਲ ਆਜ਼ਾਦੀ ਤੋਂ 47 ਨੂੰ ਹੋ ਗਏ ਆ, ਅਜੇ ਤੱਕ ਵੀ ਜੇ ਅਸੀਂ ਇੰਝ ਹੀ ਸੋਚੀ ਜਾਂਦੇ ਆ ਤਾਂ ਇਹਦਾ ਮਤਲਬ ਆਜ਼ਾਦੀ ਅਜੇ ਉਹਦਾ ਜਿਹੜਾ ਮਿਸ਼ਨ ਸੀ ਉਹ ਬਹੁਤ ਅਧੂਰਾ, ਉਹਦੇ ਲਈ ਬਹੁਤ ਜ਼ਿਆਦਾ ਕਠਿਨਾਈਆਂ ਤੇ ਮਿਹਨਤ ਕਰਨੀ ਪਊਗੀ। ਇਹ ਮਾਨਸਿਕਤਾ ਦੀ ਗੱਲ ਨਹੀਂ, ਜਿਵੇਂ ਲੋਕ ਕਹਿ ਦਿੰਦੇ ਆ ਇਹ ਮਾਨਸਿਕਤਾ ਆ ਜੀ ਜਾਤੀਗਤ, ਇਹ ਵੀ ਕੋਈ ਪਾੜੇ ਦੀ ਤੇ ਬੇਸਮਝੀ ਦੀ ਵੀ ਗੱਲ ਨਹੀਂ ਕਿ ਅਕਲ ਨਹੀਂ ਹੈ ਇਸ ਲਈ ਇੰਝ ਹੋ ਰਿਹਾ ਨਾ। ਇਹ ਸੱਤਾ ਦਾ ਤਵਾਜ਼ਨ ਆ, ਜਿਹਦੇ ਕੋਲ ਸੱਤਾ ਹੈਗੀ ਆ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਤੇ ਕੌਣ ਕਹੇ ਰਾਣੀਏ ਅੱਗਾ ਢੱਕ, ਜੋ ਕਹਿਣਗੇ ਉਹੋ ਹੀ ਰੂਲ ਬਣ ਜਾਂਦਾ, ਉਹੋ ਹੀ ਸਾਰਾ ਫੈਸ਼ਨ ਵੀ ਬਣ ਜਾਂਦਾ। ਜਿਹੜੇ ਗਰੀਬ ਆ ਉਹ ਵਿਚਾਰੇ ਹਮੇਸ਼ਾ ਰਿਸੀਵਿੰਗ ਐਂਡ ਤੇ ਰਹਿੰਦੇ ਆ ਸੁਖਵਿੰਦਰ। ਇਸ ਲਈ ਇਹ ਜਿਹੜਾ ਸਾਡੇ ਦੇਸ਼ ਦੇ ਕਈ ਕਿਸਮ ਦੇ ਕੋਡ, ਹੁਣ ਅਜੇ ਪਹਿਲੀਆਂ ਗੱਲਾਂ ਨਾਲ ਅਸੀਂ ਲੜੇ ਨਹੀਂ ਆ, ਕਿਸਾਨਾਂ ਨੂੰ ਬਿਲਕੁਲ ਖਦੇੜਨ ਦਾ ਮਾਮਲਾ ਬਣ ਗਿਆ ਵੱਡੇ ਪੱਧਰ ਤੇ। ਮਤਲਬ ਇਹ ਬਿਲਕੁਲ ਸੱਚੀ ਗੱਲ ਆ ਕਿ ਤੁਸੀਂ 10 ਸਾਲਾਂ 'ਚ ਪਿੰਡਾਂ 'ਚ ਹੁਣ ਨਾਲੋਂ ਚੌਥਾ ਹਿੱਸਾ ਪਾਪੂਲੇਸ਼ਨ ਰਹਿ ਜੂਗੀ ਜੇ ਜੋ ਕਾਲੇ ਕਾਨੂੰਨ ਆ ਇਹਨਾਂ ਨੂੰ ਵਾਪਸ ਨਾ ਕੀਤਾ। ਆਉਣਗੇ ਤਾਂ ਫਿਰ ਵੀ ਬਾਹਰ 5-7% ਤੇ ਫਿਰ ਵੀ ਹੌਲੀ ਹੌਲੀ ਆਈ ਜਾਂਦੇ ਆ, ਪਿੰਡਾਂ ਤੋਂ ਬਾਹਰ ਆ ਜਾਣਗੇ, ਫਿਰ ਵੀ ਆ ਜਾਣ, ਕੋਈ ਬਾਹਰ ਚਲੇ ਜਾਣ, ਕਿਤੇ ਚਲੇ। ਪਰ ਜਿਸ ਸਪੀਡ ਦੇ ਨਾਲ ਔਰ ਜਿੰਨੇ ਕਸ਼ਟ ਕਿਸਾਨੀ ਨੂੰ ਭੁਗਤਣੇ ਪੈਣਗੇ, ਲੱਖਾਂ ਦੀ ਗਿਣਤੀ 'ਚ ਮਰ ਜਾਣਗੇ ਭੁੱਖ ਮਰੇ ਨਾਲ, ਰੁਜ਼ਗਾਰ ਤੋਂ ਬਿਨਾਂ, ਹੋਰ ਕਿਸੇ ਤਰੀਕੇ ਬਿਮਾਰੀਆਂ ਨਾਲ, ਕਿਉਂਕਿ ਕੁਛ ਰਹੂਗਾ ਨਹੀਂ, ਸਾਧਨ ਨਹੀਂ ਰਹਿਣਗੇ। ਇਸ ਕਿਸਮ ਦਾ ਆਈ ਮੌਤ ਤੇ ਬਹੁਤ ਕਰੋੜਾਂ ਲੋਕ ਮਰ ਜਾਣਗੇ, ਖੱਪ ਜਾਣਗੇ। ਔਰ ਇਹਨਾਂ ਨੂੰ ਜਿਹੜੇ ਆ ਕਾਰਪੋਰੇਟ ਲੋਕ ਆ ਉਨੇ ਹੀ ਉਹ ਖੁਸ਼ ਹੋਣਗੇ ਕਿ ਚਲੋ ਥੋੜਿਆਂ ਨੂੰ ਰੋਟੀ ਖਵਾਉਣੀ ਪਊਗੀ, ਥੋੜਿਆਂ ਨੂੰ ਰੁਜ਼ਗਾਰ ਦੇਣਾ ਪਊਗਾ। ਸਾਡੇ ਵਰਗੇ ਪਾਪੂਲੇਟਡ ਕੰਟਰੀ ਵਿੱਚ ਇਹ ਵੀ ਇੱਕ ਲੋੜ ਮਹਿਸੂਸ ਕੀਤੀ ਜਾਂਦੀ ਆ। ਇਸ ਲਈ ਸੁਖਵਿੰਦਰ ਮਸਲੇ ਬਹੁਤ ਹੈਗੇ ਆ ਆਜ਼ਾਦੀ ਨਾਲ। ਸਾਨੂੰ ਬੇਰੁਜ਼ਗਾਰੀ ਤੋਂ ਆਜ਼ਾਦੀ ਪਾਉਣੀ ਪਊਗੀ, ਅਨਪੜ੍ਹਤਾ ਤੋਂ ਆਜ਼ਾਦੀ ਪਾਉਣੀ ਪਊਗੀ, ਗਰੀਬੀ ਤੋਂ
ਆਜ਼ਾਦੀ ਬਣੂਗੀ। ਭਿੰਨ ਭੇਦ ਜਿਹੜੀ ਅਸੀਂ ਨਫ਼ਰਤ ਜਾਤੀਗਤ ਹੈ ਉਹਦੇ ਤੋਂ ਧਾਰਮਿਕ ਨਫ਼ਰਤ ਇੱਕ ਦੂਜੇ ਨਾਲ, ਸਿੱਖੀ ਵਿੱਚ ਤੇ ਇੰਜ ਨਹੀਂ ਹੈ। ਬੜੀ ਚੰਗੀ ਗੱਲ ਲੱਗਦੀ ਆ ਬਾਈ, ਅਸੀਂ ਕਿਹੜਾ ਕਿਤੇ ਫੈਸਲਾ ਕਰਕੇ ਪੈਦਾ ਸਿੱਖੀ 'ਚ ਹੋਏ ਸੀਗੇ, ਇਹ ਤੇ ਜਿੱਥੇ ਜਿਹੜਾ ਪੈਦਾ ਹੋ ਗਿਆ, ਪਰ ਅਸੀਂ ਲੱਕੀ ਮਹਿਸੂਸ ਕਰਦੇ ਹਾਂ ਕਿ ਉਸ ਧਰਤੀ ਦੇ ਉੱਤੇ ਮਾਣ ਮਹਿਸੂਸ ਕਰਦੇ ਹਾਂ ਕਿ ਦੂਸਰਿਆਂ ਧਰਮਾਂ ਪ੍ਰਤੀ ਉਸ ਕਿਸਮ ਦੀ ਨਫ਼ਰਤ ਨਹੀਂ, ਔਰ ਦੂਜੀਆਂ ਜਾਤਾਂ ਪ੍ਰਤੀ ਵੀ ਉਸ ਕਿਸਮ ਦੀ ਤੀਖਣ ਨਫ਼ਰਤ ਨਹੀਂ ਹੈ। ਹੈਗੀ ਬਹੁਤ ਕੁਝ ਕਰਨ ਵਾਲਾ, ਸਿੱਖਿਆ ਨੇ ਨਹੀਂ ਕੀਤਾ, ਸਾਡਿਆਂ ਨੂੰ ਕਰਨ ਦੀ ਲੋੜ ਹੈਗੀ। ਉਹ ਲੜਾਈ ਸਾਡੀ ਵੀ ਅਜੇ ਜਾਰੀ ਰਹਿਣੀ ਚਾਹੀਦੀ ਹੈ। ਪਰ ਸੁਖਵਿੰਦਰ, ਇਹ ਸਾਰੀਆਂ ਆਜ਼ਾਦੀਆਂ ਜੇ ਅਸੀਂ ਨਹੀਂ ਉਹਦੇ ਤੇ ਸਮਝੋ ਕਿ ਸਾਡੇ ਜਿੰਨੇ ਕਮਿਸ਼ਨ ਆ ਜੀ, ਐਸਸੀ ਕਮਿਸ਼ਨ ਆ, ਐਸਟੀ ਕਮਿਸ਼ਨ ਆ, ਹਿਊਮਨ ਰਾਈਟ ਕਮਿਸ਼ਨ ਆ ਹੁਣ ਓਬੀਸੀ ਕਮਿਸ਼ਨ ਬਣਦਾ ਰੌਲਾ ਪੈ ਰਿਹਾ, ਕਿੰਨੇ ਕਿਸਮ ਦੇ ਕਮਿਸ਼ਨ ਬਣੇ ਆ। ਕਦੇ ਕੋਈ ਕਿਤੇ ਧਰਾਤਲ ਦੇ ਉੱਤੇ ਉਹਦਾ ਅਸਰ ਦਿਖਦਾ, ਉਹ ਆਪਣੇ ਬੰਦਿਆਂ ਨੂੰ ਸੈੱਟ ਕਰਨ ਲਈ, ਕਿਸੇ ਨੂੰ 4 ਤਨਖਾਹਾਂ ਦੇਣ ਲਈ, ਦਫ਼ਤਰ ਦੇਣ ਲਈ, ਏਸੀ ਕਮਰਾ ਲਾ ਕੇ ਫਿੱਟ ਹੋ ਜਾਓ ਤੁਸੀਂ, ਬਸ ਇਹੀ ਕੰਮ ਆ। ਉਹ ਬਹੁਤ ਹੀ ਐਵੇਂ ਨੋਮੀਨਲ ਜਿਹਾ 1-2% ਕੰਮ ਹੁੰਦਾ, ਬਾਕੀ 98% 99% ਉਸੇ ਤਰੀਕੇ ਨਾਲ ਲੋਕ ਉਸੇ ਚੱਕੀ 'ਚ ਪਿਸੀ ਜਾਂਦੇ ਆ ਜੋ ਆਜ਼ਾਦੀ ਤੋਂ ਪਹਿਲਾਂ ਸੀ। ਹਾਂਜੀ ਸੁਖਵਿੰਦਰ। ਬਿਲਕੁਲ ਯਕੀਨਨ ਤੌਰ ਤੇ ਅਧੂਰੀ ਆਜ਼ਾਦੀ ਇਹਨੂੰ ਹੀ ਕਹਿੰਦੇ ਨੇ। ਅੱਗੇ ਪ੍ਰੋਫੈਸਰ ਸਾਹਿਬ, ਕਿਸਾਨਾਂ ਨੂੰ ਆਸ ਸੀ ਕਿ ਪੀਪਲਜ਼ ਵਿਪ ਦਾ ਅਸਰ ਜਿਹੜਾ ਉਹ ਵਿਰੋਧੀ ਧਿਰਾਂ ਤੇ ਹੋਏਗਾ, ਪਰ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ, ਅੰਕੜੇ ਕੁਝ ਸਾਹਮਣੇ ਆਏ ਕਿ ਗਾਂਧੀ ਹੋਰਾਂ ਦੀ ਹਾਜ਼ਰੀ ਸਿਰਫ 1 ਦਿਨ ਰਹੀ ਹੈ ਤੇ ਹੋਰ ਸਨੀ ਦਿਓਲ ਹੋਰਾਂ ਦੀ ਹਾਜ਼ਰੀ 2 ਦਿਨ ਰਹੀ ਆ, ਤੇ ਜਿਨ੍ਹਾਂ ਨੂੰ ਬਾਕੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕੁਝ ਕੁ ਦਿਨਾਂ ਦੇ ਵਿੱਚ ਗਿਣੀ ਵੀ ਗਈ ਹੈ ਕਿ ਠੀਕ ਹੈ ਜਿੰਨੀ ਕੁ ਉਹਨਾਂ ਨੇ ਹਾਜ਼ਰੀ ਭਰੀ ਹੈ। ਪਰ ਫਿਰ ਵੀ ਸੋਨੀਆ ਗਾਂਧੀ ਹੁਣੀ ਇੱਕ ਪਾਸੇ ਤਾਂ ਤਮਾਮ ਜਿੰਨੀਆਂ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਅਗਵਾਈ ਕਰਨ ਦੀ ਕੋਸ਼ਿਸ਼, ਮਮਤਾ ਬੈਨਰਜੀ ਨਾਲ ਮੁਲਾਕਾਤ ਜਿਹੜੀ ਮਮਤਾ ਬੈਨਰਜੀ ਨੇ ਆਪ ਆ ਕੇ ਸੋਨੀਆ ਗਾਂਧੀ ਨਾਲ ਕੀਤੀ ਸੀ, ਹੁਣ ਸੋਨੀਆ ਗਾਂਧੀ ਹੋਰਾਂ ਨੇ ਸਾਰਿਆਂ ਨੂੰ ਫੇਰ ਬੁਲਾ ਲਿਆ ਕਿ ਹੁਣ ਅਸੀਂ ਮੁਲਾਕਾਤ ਕਰਦੇ ਹਾਂ। ਇੱਕ ਪਾਸੇ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ, ਦੂਜੇ ਬੰਨੇ ਜਿੱਥੇ ਹਾਜ਼ਰੀ ਯਕੀਨਨ ਹੋਣੀ ਚਾਹੀਦੀ ਹੈ, ਜਿੱਥੇ ਕਿਸਾਨਾਂ ਦਾ ਮਸਲਾ ਉਠਾਉਣਾ, ਉੱਥੇ ਹਾਜ਼ਰੀ ਹੈ ਨਹੀਂ। ਸਦਨ ਦੇ ਵਿੱਚ ਰੌਲਾ ਰੱਪਾ ਪਾ ਕੇ ਇਸ ਵਾਰੀ ਬਿੱਲ ਜਿਹੜੇ ਪਾਸ ਹੋਏ ਸਰਕਾਰ ਨੇ ਉਸ ਰੌਲੇ ਰੱਪੇ 'ਚ ਪਾਸ ਕਰਵਾ ਲਏ, ਪਰ ਜਿਹੜਾ ਹਸ਼ਰ ਇਸ ਵਾਰ ਸਦਨ 'ਚ ਹੋਇਆ ਉਹ ਕਹਿੰਦੇ ਪਹਿਲੀ ਵਾਰ ਇਤਿਹਾਸ 'ਚ ਹੋਇਆ ਜਿੰਨਾ ਰੌਲਾ ਰੱਪਾ ਪੈਂਦਾ ਰਿਹਾ। ਪਹਿਲਾਂ ਤੇ ਮੈਂ ਜਿਹੜਾ ਤੁਸੀਂ ਲਾਸਟ 'ਚ ਗੱਲ ਕਹੀ ਹੈ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਸਾਡੇ ਦੇਸ਼ ਦੀ ਪਾਰਲੀਮੈਂਟ ਤੇ ਅਸੈਂਬਲੀਆਂ ਇਹ ਥੋੜਾ ਚਿਰ ਹੀ ਚੱਲਣੀਆਂ। ਹੁਣ ਇਹ ਰਿਵਾਜ ਪਿਆ ਸੀਗਾ 2013-14 'ਚ ਮਨਮੋਹਨ ਸਿੰਘ ਦੇ ਲਾਸਟ ਈਅਰ ਦੇ ਵਿੱਚ, ਜਿਹੜਾ ਆਖਰੀ ਸਾਲ ਸੀ, ਉਹਦੇ ਵਿੱਚ ਇਸੇ ਬੀਜੇਪੀ ਤੇ ਐਨਡੀਏ ਦੇ ਅਲਾਈਜ਼ ਨੇ ਉਹ ਸ਼ੋਰ ਮਚਾਇਆ ਸੀ, ਪੂਰੇ ਦੇ ਪੂਰੇ ਸੈਸ਼ਨ ਵਾਸ਼ ਆਊਟ ਹੋ ਜਾਂਦੇ ਸੀ। ਜਿਵੇਂ ਹੁਣ ਹੋਇਆ ਪੂਰਾ ਵਾਸ਼ ਆਊਟ ਹੋ ਗਿਆ ਨਾ, ਇਹ ਵੀ ਕਰਦੇ ਸੀ, ਉਸੇ ਤਰ੍ਹਾਂ ਹੀ ਕਰਦੇ। ਹੁਣ ਉਹਨਾਂ ਨੂੰ ਆਪ ਉਸ ਗੱਲ ਨੂੰ ਝੱਲਣਾ ਪੈ ਰਿਹਾ, ਦੇਖਣਾ ਪੈ ਰਿਹਾ। ਇਹ ਤੇ ਬੜੇ ਅਫਸੋਸ ਵਾਲੀ ਗੱਲ ਹੈ ਕਿ ਜਿਹੜਾ ਰੂਲਿੰਗ ਪਾਰਟੀ ਦਾ ਰਵੱਈਆ ਅੜੀਅਲ ਕਿ ਅਸੀਂ ਵਿਰੋਧੀ ਪਾਰਟੀਆਂ ਨੂੰ ਕੋਈ ਜਗ੍ਹਾ ਨਹੀਂ ਦੇਣੀ, ਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਸਵਾਏ ਨਾਅਰੇ ਮਾਰਨ ਤੋਂ ਉਹਨਾਂ ਨੂੰ ਗਿੱਚੀ ਤੋਂ ਫੜਨ ਦੇ ਕਾਮਯਾਬ ਨਾ ਹੋਣਾ, ਇਹ ਇਹਨਾਂ ਦੀ ਨਾਕਾਮੀ ਵੀ ਹੈਗੀ ਕਿ ਇਹ ਅਖਬਾਰਾਂ 'ਚ ਆਈ ਗਏ ਸੁਰਖੀਆਂ ਦੇ ਵਿੱਚ ਕਿ ਨਾਅਰੇਬਾਜ਼ੀ, ਪਲੈਕਾਰਡ ਜੇ ਉਹ ਕਰੀ ਗਏ, ਤੇ ਉਹ ਆਪਣੇ ਬਿੱਲ ਇਸੇ ਰਾਮ ਰੌਲੇ 'ਚ ਪਾਸ ਕਰੀ ਗਏ। ਉਹ ਜਿੰਨੇ ਬਿੱਲ ਪਾਸ ਉਹਨਾਂ ਨੂੰ ਕਰਨੇ ਸੀ ਉਹਨਾਂ ਨੇ ਕਰ ਲਏ ਆ, ਔਰ ਉਹਦੇ 'ਚ ਜੇ ਬਹਿਸ ਹੁੰਦੀ ਤੇ ਕੁਝ ਸੁਧਾਰ ਹੁੰਦਾ। ਸਰਕਾਰ ਨੂੰ ਆਪਣਾ ਫਾਇਦਾ ਹੋ ਗਿਆ, ਇਹਨਾਂ ਨੂੰ ਆਪਣਾ ਰਾਜਨੀਤਿਕ ਲਾਹਾ ਹੋ ਗਿਆ, ਤੇ ਮਰੇ ਕੌਣ? ਆਮ ਇਨਸਾਨ। ਅਗਲੀ ਗੱਲ ਇਹ ਹੈਗੀ, ਮਰੇ ਦਾ ਮਤਲਬ ਉਹਨਾਂ ਦੇ ਹੱਕ ਦੀ ਕੋਈ ਗੱਲ ਕਿਸੇ ਨੇ ਨਹੀਂ ਕੀਤੀ। ਆਮ ਇਨਸਾਨਾਂ ਦੀ ਜਿਹੜੇ ਬਿੱਲ ਸੁਧਰ ਕੇ ਆਉਣੇ ਸੀਗੇ, ਐਕਟ ਬਣਨੇ ਸੀ, ਉਹ ਨਹੀਂ ਹੋ ਸਕੇ। ਦੂਜੀ ਗੱਲ ਜਿਹੜੀ ਹੈ ਕਿ ਜਿਹੜੀ ਵਿਪ ਜਾਰੀ ਕੀਤੀ, ਇਹ ਠੀਕ ਹੈ ਕਿ ਕਿਸਾਨਾਂ ਨੇ ਇੱਕ ਪਹਿਲੀ ਵਾਰੀ ਇਹੋ ਜਿਹੀ ਯੁਕਤ ਲਾਈ ਕਿ ਅਸੀਂ ਅਸਲੀ ਇਸ ਦੇਸ਼ ਦੇ ਰੱਖਿਅਕ ਹੈਗੇ ਆ, ਅਸੀਂ ਅਸਲੇ ਪੋਲੀਟੀਸ਼ੀਅਨ ਹੈਗੇ ਆ, ਤੇ ਇਹਨਾਂ ਪੋਲੀਟੀਸ਼ੀਅਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਦੇ ਸਿਰ ਤੇ ਬਣਾਇਆ ਵੋਟਾਂ ਪਾ ਕੇ, ਅਸੀਂ ਉਹਨਾਂ ਦੇ ਉੱਪਰ ਹੈ, ਤੇ ਉਹ ਸਾਡੀ ਵਿਪ ਹੁਣ ਸੁਣਨ, ਆਪਣੀਆਂ ਪਾਰਟੀਆਂ ਦੀ ਵਿਪ ਨੂੰ ਜਿਹੋ ਜਿਹੀ ਹੈ ਉਹਨੂੰ ਇੱਕ ਪਾਸੇ ਰੱਖਦੇ। ਉਹਦੇ 'ਚ ਜਿੱਥੋਂ ਤੁਸੀਂ ਬੰਦਿਆਂ ਦਾ ਕੋਈ ਨਾਂ ਲਿਆ, ਸੋਨੀਆ ਗਾਂਧੀ ਦਾ ਮੈਨੂੰ ਲੱਗਦਾ ਉਹ ਵੈਸੇ ਨੋਸ਼ਨਲ ਜੀ ਹੈਡ ਹੈਗੀ ਕਾਂਗਰਸ ਦੀ, ਪ੍ਰੈਕਟੀਕਲੀ ਤੇ ਰਾਹੁਲ ਗਾਂਧੀ ਹੈ, ਤੇ ਰਾਹੁਲ ਗਾਂਧੀ ਮੇਰਾ ਖਿਆਲ ਕਾਫੀ ਚਮਕ ਦਮਕ ਦੇ ਨਾਲ ਜਿੰਨਾ ਕੁ ਆਪਾਂ ਨੂੰ ਦਿਖਦਾ ਉਹ ਦਿਖਦਾ ਰਿਹਾ ਉੱਥੇ, ਉਹਨੇ ਇੱਕ ਉਹਨਾਂ ਮਿਸ ਨਹੀਂ ਕੀਤਾ। ਹੋ ਸਕਦਾ ਮੈਂ ਥੋੜ੍ਹਾ ਜਿਹਾ ਆਪਾਂ ਮਾਰਜਨ ਰੱਖ ਲਈਏ ਕਿ ਸੋਨੀਆ ਗਾਂਧੀ ਦੀ ਕੋਈ ਸਿਹਤ ਵੀ ਬਹੁਤੀ ਵਧੀਆ ਨਹੀਂ ਰਹਿੰਦੀ, ਆਪਾਂ ਸਾਰੇ ਜਾਣਦੇ ਹਾਂ, ਉਹ ਇਲਾਜ ਲੂਜ ਵੀ ਕਰਾਉਣ ਗਈ ਸੀ। ਪਰ ਇੱਕ ਗੱਲ ਉਹਦਾ ਫਰਜ਼ ਜ਼ਰੂਰ ਬਣਦਾ ਸੀ ਕਿ ਕਿਸਾਨ ਲੀਡਰਾਂ ਨੂੰ ਇੱਕ ਚਿੱਠੀ ਲਿਖ ਕੇ ਉਹ ਕਹਿ ਦਿੰਦੀ ਕਿ ਮੇਰਾ ਮਨ ਤੇ ਹੈ ਕਿ ਮੈਂ ਤੁਹਾਡੀ ਲੜਾਈ ਅੱਗਿਓਂ ਵੱਧ ਕੇ ਲੜਾਂ, ਪਰ ਮੇਰੇ ਇਹ ਕਾਰਨਾਂ ਕਰਕੇ ਮੈਂ ਨਹੀਂ ਆ ਸਕਦੀ, ਮੈਨੂੰ ਮਾਫ ਕਰਨਾ, ਮੈਂ ਤੁਹਾਡੀ ਵਿਪ ਨੂੰ ਫਾਲੋ ਨਹੀਂ ਕਰ ਸਕਦੀ। ਇਹ ਤੇ ਕਰ ਸਕਦੀ, ਫੋਨ ਕਰ ਸਕਦੀ, ਕੁਛ ਤੇ ਕੀਤਾ ਜਾ ਸਕਦਾ। ਇਹਦਾ ਮਤਲਬ ਤੁਸੀਂ ਆਪਣੀ ਇੱਕ ਨਹੀਂ ਹਾਜ਼ਰੀ ਲਾ ਸਕਦੇ ਤੇ ਕਾਰਨ ਦੱਸਣ 'ਚ ਤੇ ਕੋਈ ਹਰਜ ਨਹੀਂ ਸੀ।
ਸੰਨੀ ਦਿਓਲ ਵਾਲਾ ਤੇ ਕੰਮ ਦੇਖੋ, ਉਹ ਬੰਦੇ ਹੈ ਹੀ ਇਸ ਤਰ੍ਹਾਂ ਦੇ। ਪਤਾ ਨਹੀਂ ਲੋਕ ਸਾਡੇ ਕਿਉਂ ਬਾਰ-ਬਾਰ ਇਹਨਾਂ ਲੋਕਾਂ ਨੂੰ ਵੋਟਾਂ ਪਾਉਂਦੇ ਆ। ਇਹ ਤੇ ਹੈਗੇ ਫਿਲਮਾਂ ਦੇ ਬੰਦੇ। ਕੋਈ ਜਦੋਂ ਇਲੈਕਸ਼ਨ ਲੜ ਵੀ ਰਿਹਾ ਸੀ ਤੇ ਉਹ ਕਹਿੰਦੇ ਇਸ ਕਰਕੇ ਟਿਕਟ ਦਿੱਤੀ, ਕਰਜ਼ਾ ਬਹੁਤ ਸੀ, ਕਰਜ਼ਾ ਲਾਉਣਾ ਸੀ, ਉਹ ਫੰਡ ਫੁੰਡ ਆ ਗਿਆ, ਹੁਣ ਕਰਜ਼ਾ ਲੱਥ ਗਿਆ, ਫਿਰ ਦੁਬਾਰਾ ਪੈਰ ਲੱਗ ਗਏ। ਇਹ ਗੱਲਾਂ ਮੈਂ ਇਧਰ ਸਰਕੂਲੇਟ ਹੁੰਦੀਆਂ ਅਸੀਂ ਉਹਨਾਂ ਦਿਨਾਂ 'ਚ ਸੁਣੀਆਂ। ਸਾਨੂੰ ਨਹੀਂ ਸੀ ਲੱਗਦਾ ਉਹ ਸੱਚੀ ਜਿੱਤ ਜੂਗਾ, ਪਰ ਫਿਰ ਵੀ ਲੋਕਾਂ ਨੇ ਜਿਤਾਇਆ ਹੀ, ਵੋਟਾਂ ਪਾਈਆਂ। ਹਾਂਜੀ ਸੁਖਵਿੰਦਰ ਜੀ, ਇਸ ਲਈ ਜੇ ਹੁਣ ਜਿਤਾਈਆਂ ਤੇ ਹੁਣ ਚੱਲੋ ਫਿਰ। ਉਹ ਤੇ ਨਹੀਂ ਲੱਭਦਾ ਨਾ ਉੱਥੇ, ਉਹ ਗੁਰਦਾਸਪੁਰ ਲੱਭਦਾ ਕਿਤੇ, ਤੇ ਨਾ ਪਾਰਲੀਮੈਂਟ 'ਚ ਲੱਭਦਾ। ਉੱਥੇ ਬੰਬੇ ਚਲੇ ਜਾਓ ਜਿਹਨੇ ਮਿਲਣਾ, ਉੱਥੇ ਉਹਦਾ ਕੰਮ ਆ, ਉਹ ਆਪਣਾ ਕਾਰੋਬਾਰ 'ਚ ਲੱਗਾ। ਰਹੇ ਬਾਦਲ ਦੇ, ਬਾਦਲ ਹੁਣੀ ਤੇ ਪਰਿਵਾਰ ਦੇ ਕਾਫੀ ਜੀ ਹੈਗੇ ਆ। ਸ਼ੁਰੂ 'ਚ ਤੇ ਸੁਖਬੀਰ ਬਾਦਲ ਹੁਣੀ ਦਿਖੇ ਆ ਤੁਹਾਨੂੰ ਸੁਖਵਿੰਦਰ ਜੀ, ਸ਼ੁਰੂ 'ਚ ਹਰਸਿਮਰਤ ਤੇ ਉਹ ਤੁਸੀਂ ਆਪ ਵੀ ਕਿਹਾ, ਅਖਬਾਰ 'ਚ ਵੀ ਆਇਆ ਕਿ 9 ਦਿਨ ਉਹਨਾਂ ਨੇ ਆਪਣੀ ਹਾਜ਼ਰੀ ਭਰੀ ਆ, ਬਾਕੀ ਨਹੀਂ ਭਰੀ। ਭਰਨੀ ਚਾਹੀਦੀ ਸੀ, ਇਹ 'ਚ ਕੋਈ ਦੋ ਰਾਏ ਨਹੀਂ। ਹਰਸਿਮਰਤ ਦਾ ਆਪਣਾ ਥਾਂ ਆ, ਸੁਖਬੀਰ ਬਾਦਲ ਹੋਣਾ ਦਾ ਆਪਣਾ ਥਾਂ ਆ, ਤੇ ਤੁਸੀਂ ਇੰਜ ਨਹੀਂ ਕਹਿ ਸਕਦੇ ਕਿ ਉਹ ਉਹਦਾ ਡਿਊਟੀ ਲਾ ਕੇ ਤੇ ਪਾਵਰ ਆਫ ਅਟਾਰਨੀ ਆਪਣੇ ਵਾਈਫ ਨੂੰ ਦੇ ਗਏ ਸੀਗੇ, ਹਰਸਿਮਰਤ ਕੌਰ ਬਾਦਲ ਨੂੰ, ਇਸ ਲਈ ਉਹ ਆਪ ਪੰਜਾਬ 'ਚ ਠਹਿਰ ਗਏ। ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ। ਸੁਖਬੀਰ ਹੁਣੀ ਲਗਾਤਾਰ ਉੱਥੇ ਰਹਿੰਦੇ ਤੇ ਉਹਨਾਂ ਨੂੰ ਰਾਜਨੀਤਿਕ ਫਾਇਦਾ ਵੀ ਹੁੰਦਾ ਇਸ ਗੱਲ ਦਾ, ਔਰ ਵੈਸੇ ਵੀ ਉਹਨਾਂ ਦਾ ਇਹ ਫਰਜ਼ ਵੀ ਬਣਦਾ ਸੀ ਕਿ ਜੇ ਤੁਹਾਨੂੰ MP ਬਣਾਇਆ ਤਾਂ ਫਿਰ ਤੁਸੀਂ ਉੱਥੇ MP ਦੀ ਆਪਣੀ ਡਿਊਟੀ ਕਰੋ, ਕਿਉਂਕਿ ਤਨਖਾਹ ਤੇ ਪੂਰੀ ਆਉਂਦੀ ਹੈ, ਪੈਨਸ਼ਨ ਵੀ ਪੂਰੀ ਆਉਣੀ ਹੈ। ਜਾਂ ਤੇ ਕਹੋ ਨਾ ਕਿ ਤੁਸੀਂ ਜਿਹੜੀਆਂ ਅੱਛਾ ਜਿਹਨਾਂ ਨੇ ਹੋਰ ਉੱਥੇ ਅਟੈਂਡ ਕਰਨਾ ਤਨਖਾਹ ਦੇ ਨਾਲ, ਉਹਨਾਂ ਨੂੰ ਸਪੈਸ਼ਲ ਭੱਤਾ ਵੀ ਅਟੈਂਡ ਕਰਨ ਦਾ ਮਿਲਦਾ, ਕਿ ਤੁਸੀਂ ਬੜੀ ਤਕਲੀਫ ਉਠਾਈ ਹੈ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਕੇ, ਹੋਰ ਵੀ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਸੁਖਵਿੰਦਰ। ਇਸ ਲਈ ਇਹ ਤੇ ਗੱਲ ਤੁਹਾਡੀ ਠੀਕ ਹੈ, ਪਰ ਮੈਂ ਆਪਣੇ ਆਪ 'ਚ ਇਹਨੂੰ ਇਹ ਨਹੀਂ ਸਮਝੂੰਗਾ ਕਿ ਇਹ ਜਿਹੜਾ ਵਿਪ ਜਾਰੀ ਕੀਤਾ ਸੀ ਕਿਸਾਨਾਂ ਨੇ ਉਹ ਵਿਅਰਥ ਗਿਆ। ਮੈਂ ਉਸ ਨੂੰ ਕਾਫੀ ਕਾਮਯਾਬ ਸਮਝਦਾ ਹਾਂ, ਔਰ ਉਸ ਦਾ ਅਸਰ ਸਾਨੂੰ ਪਾਰਲੀਮੈਂਟ ਦੇ ਅੰਦਰ ਵੀ ਤੇ ਬਾਹਰ ਵੀ ਦੇਖਣ ਨੂੰ ਮਿਲਿਆ। ਔਰ ਆਖਰੀ ਦਿਨ ਤੁਸੀਂ ਇਹ ਵੀ ਦੇਖਿਆ ਕਿ ਵਿਜੇ ਚੌਂਕ ਤੱਕ 15 ਪਾਰਟੀਆਂ ਸ਼ੁਰੂ ਹੋਈਆਂ ਸੀ, 11 ਪਾਰਟੀਆਂ ਤੇ ਪੂਰਾ ਮਜ਼ਾਰਾ ਲੈ ਕੇ ਵਿੱਚੇ ਰਾਹੁਲ, ਵਿੱਚੇ ਹੋਰ ਸਾਰੇ ਗਏ ਹੈ। ਇਹ ਸਾਰਾ ਅਸਰ ਕਿਸਾਨਾਂ ਦੀ ਵਿਪ ਦਾ ਹੀ ਸੀ। ਹਾਂਜੀ ਸੁਖਵਿੰਦਰ। ਬਿਲਕੁਲ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। 15 ਅਗਸਤ ਆਜ਼ਾਦੀ ਦਿਹਾੜਾ ਕੇਂਦਰ ਸਰਕਾਰ 95ਵੇਂ ਵਰ੍ਹੇ ਦੇ ਤੌਰ ਤੇ ਮਨਾ ਰਹੀ ਹੈ, ਪਰ ਦੂਜੇ ਪਾਸੇ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ, ਕਿਸਾਨਾਂ ਨੇ ਆਪਣੇ ਵੱਲੋਂ ਕੁਝ ਪ੍ਰੋਗਰਾਮ ਦਿੱਤੇ ਨੇ, ਹਲਕੇ ਫੁਲਕੇ ਨੇ, ਤਿਆਰੀਆਂ ਸਰਕਾਰੀ ਤੌਰ ਦੇ ਉੱਤੇ ਵੀ ਜਾਂ ਕਿਸਾਨਾਂ ਵੱਲੋਂ ਵੀ ਕੀਤੀਆਂ ਜਾ ਰਹੀਆਂ। ਦੇਖਣਾ ਹੋਏਗਾ ਕਿ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਝਾਕੀਆਂ ਕੱਢਦੇ ਨੇ ਜਾਂ ਨਹੀਂ ਕੱਢਦੇ, ਉਹਦੇ ਵਿੱਚ ਕਿਸ ਤਰ੍ਹਾਂ ਕਿਸਾਨਾਂ ਦੀ ਦੁਰਦਸ਼ਾ ਜਿਹੜੀ ਆ ਉਹਨੂੰ ਦਰਸਾਇਆ ਜਾਂਦਾ ਹੈ, ਉਹ ਵੀ ਵੇਖਣ ਲਾਇਕ ਹੋਏਗੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਉਹਨਾਂ ਦੇ ਢਿੱਡ ਦੇ ਵਿੱਚ ਅਨਾਜ ਜਾਂਦਾ, ਜਿਹੜੀ ਉਹ 2-3 ਟਾਈਮ ਦੀ ਰੋਟੀ ਖਾਂਦੇ ਨੇ, ਤਾਂ ਉਹ ਕਿਸ ਤਰ੍ਹਾਂ ਕਿਸਾਨ ਜਿਹੜਾ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਪੈਦਾ ਕਰਦਾ, ਤਾਂ ਜਿਹੜਾ ਦੇਸ਼ ਦਾ ਅਨਾਜ ਦੇ ਨਾਲ ਢਿੱਡ ਭਰਦਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।